जज्बाती जिंदगी स्टोरीज 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਨਗੰਦੇ ਦੇ ਨਾਲ। ਕਹਾਣੀਕਾਰ ਸਿਮਰਨ ਧਾਲੀਵਾਲ। ਉਮੀਦ ਕਰਦੀ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਪਸੰਦ ਕਰੋਗੇ। ਸੁਣ ਕੇ ਆਪਣੇ ਵਿਚਾਰ ਜ਼ਰੂਰ ਲਿਖਿਓ। ਪੋਹ ਦੀ ਠਰੀ ਰਾਤ ਸੀ। ਰਾਤ ਕੀ ਦਿਨ ਵੀ ਤਾਂ ਰਾਤਾਂ ਜਿਹੇ ਸਨ, ਠਰੇ ਹੋਏ ਚੁਫੇਰੇ ਧੁੰਦ, ਸੂਰਜ ਜਿਵੇਂ ਧਰਤੀ ਨਾਲ ਰੁੱਸ ਗਿਆ ਹੋਵੇ। 20 ਦਿਨ ਤੋਂ ਕਿਸੇ ਸੂਰਜ ਦੀ ਸ਼ਕਲ ਨਹੀਂ ਸੀ ਦੇਖੀ। ਬੁੱਢੇ ਠੇਰੇ ਠਰੂ ਠਰੂ ਕਰਦੇ ਅੰਦਰ ਡੁੱਬ ਕੇ ਬੈਠੇ ਸਨ, ਪਰ ਬੱਚੇ ਗਲੀਆਂ ਵਿੱਚ ਦੁੜੰਗੇ ਲਗਾਉਂਦੇ। ਮਾਵਾਂ ਬਥੇਰਾ ਝੜਕਦੀਆਂ ਝੰਬਦੀਆਂ, ਪਰ ਬੱਚੇ ਕਿੱਥੇ ਸੁਣਦੇ ਹਨ ਕਿਸੇ ਦੀ। ਕੰਮ ਧੰਦੇ ਮੱਠੇ ਪਏ ਹੋਏ ਸਨ। ਉਦਾਸ ਜਿਹੇ ਦਿਨ ਸਨ ਉਹ। ਨਿੱਕਾ ਉਸ ਰਾਤ ਆਮ ਨਾਲੋਂ ਕਵੇਲੇ ਘਰ ਮੁੜਿਆ ਸੀ, ਠਰਿਆ ਜਿਹਾ, ਰੋਜ਼ ਵਾਂਗ ਹੀ ਥੱਕਿਆ ਜਿਹਾ। ਉਸ ਸ਼ਾਮ ਟਾਹਲੀ ਵਾਲੇ ਖੇਤ ਟਾਹਲੀ ਵੱਢਣ ਵਾਲੇ ਬੰਦੇ ਆਏ ਹੋਏ ਸਨ। ਕੰਮ ਮੁੱਕਦਿਆਂ ਕੁਵੇਲਾ ਹੋ ਗਿਆ। ਦਾਰਾ ਸਿਉਂ ਨੇ ਵੀ ਉਸ ਨੂੰ ਰੋਕੀ ਰੱਖਿਆ। ਤਾਰਾ ਸਿੰਘ ਦਾ ਟਾਹਲੀ ਵਾਲਾ ਖੇਤ, ਟਾਹਲੀ ਜਿਸ ਦੀ ਪਹਿਚਾਣ ਸੀ, ਉਹੀ ਟਾਹਲੀ ਕੋਈ ਤਰਖਾਣ ਵੱਢ ਕੇ ਲੈ ਗਿਆ ਸੀ। ਦਿਨ ਡੁੱਬੂ ਡੁੱਬੂ ਕਰ ਰਿਹਾ ਸੀ ਜਦੋਂ ਦੋਵੇਂ ਪਿੰਡ ਨੂੰ ਮੁੜ ਰਹੇ ਸਨ। ਅੱਗੇ ਅੱਗੇ ਦਾਰਾ ਸਿਉਂ ਤੇ ਪਿੱਛੇ ਪਿੱਛੇ ਨਿੱਕਾ। ਦੋਨਾਂ ਵਿਚਾਲੇ ਚੁੱਪ ਸੀ, ਤੇ ਉਸ ਚੁੱਪ ਦੇ ਵਿਚਕਾਰ ਸ਼ਾਮ ਦਾ ਗੂੜਾ ਹੋ ਰਿਹਾ ਹਨੇਰਾ ਸੀ। ਘਰੇ ਆ ਕੇ ਨਿੱਕੇ ਨੇ ਨਿੱਕੇ ਮੋਟੇ ਕੰਮ ਕੀਤੇ। ਪਸ਼ੂ ਅੰਦਰ ਬੰਨੇ, ਖੁਰਲੀਆਂ ਵਿੱਚ ਕੱਖ ਖਿਲਾਰੇ। ਚਾਚੀ ਚਰਨੀ ਕੋਲੋਂ ਆਪਣੇ ਭਾਂਡਿਆਂ ਵਿੱਚ ਰੋਟੀ ਪਵਾਈ। ਮੱਗੇ ਵਿੱਚ ਦੁੱਧ ਦਾ ਪਲਾ ਪਵਾਇਆ ਤੇ ਘਰ ਨੂੰ ਤੁਰ ਪਿਆ। ਜਦੋਂ ਘਰ ਵੜਿਆ, ਛੋਟੀ ਕੁੜੀ ਪੁੱਚੋਂ ਸੌਂ ਚੁੱਕੀ ਸੀ। ਵੱਡੀ ਕੁੜੀ ਮਾਂ ਕੋਲੇ ਬੈਠੀ ਆਪਣਾ ਬਸਤਾ ਫਰੋਲ ਰਹੀ ਸੀ। ਨਿੱਕੇ ਦਾ ਬਾਪ ਪਰਸਾ ਸਿਉਂ ਪਰਾਂ ਦੂਜੀ ਸਬਾਤ ਵਿੱਚ ਪਿਆ ਮੱਠਾ ਮੱਠਾ ਖੰਘ ਰਿਹਾ ਸੀ। ਬੁੜੇ ਨੇ ਰੋਟੀ ਨਹੀਂ ਸੀ ਖਾਧੀ। ਨਿੱਕੇ ਦੀ ਘਰਵਾਲੀ ਨੇ ਉਸਨੂੰ ਹੱਟੀਓਂ ਡਬਲ ਰੋਟੀ ਮੰਗਵਾ ਕੇ ਚਾਹ ਵਿੱਚ ਡੁਬੋ ਕੇ ਖਵਾ ਦਿੱਤੀ ਸੀ। ਪਰਸੋਂ ਨੂੰ 3-4 ਦਿਨ ਤੋਂ ਬੁਖਾਰ ਸੀ। ਪਿੰਡੋਂ ਵੀ ਦਵਾਈ ਲੈ ਕੇ ਖਾ ਲਈ ਸੀ, ਪਰ ਉਸਦੀ ਸਿਹਤ ਅਜੇ ਵੀ ਨਹੀਂ ਸੀ ਸੁਧਰੀ। ਸਗੋਂ ਹੁਣ ਉਸਨੂੰ ਖੰਘ ਛੜਨ ਲੱਗੀ ਸੀ ਤੇ ਸਾਹ ਚੜਨ ਲੱਗਿਆ ਸੀ। ਸਾਹ ਤਾਂ ਇੰਨਾ ਚੜਦਾ ਕਿ ਉਹ ਗੁਸਲਖਾਨੇ ਤੀਕ ਮੂਤਣ ਗਿਆ ਵੀ ਹਫਣ ਲੱਗਦਾ। ਹਿੱਕ ਜਿਵੇਂ ਧੱਪ ਧੱਪ ਵੱਜਦੀ। ਘਰੇ ਸਵੇਰ ਦੇ ਬਣੇ ਸੁੱਕੇ ਆਲੂ ਬਚੇ ਪਏ ਸਨ। ਦਾਲ ਉਹ ਦਾਰਾ ਸਿਉਂ ਘਰੋਂ ਲੈ ਆਇਆ ਸੀ। ਰੋਟੀਆਂ ਬਥੇਰੀਆਂ ਸਨ ਉਹਨਾਂ ਤਿੰਨਾਂ ਜੋਗੀਆਂ। ਕੁੜੀ ਤਾਂ ਮਸਾਂ ਇੱਕ ਫੁਲਕਾ ਖਾਂਦੀ। ਨਿੱਕੇ ਗਰਮ ਪਾਣੀ ਲੈ ਕੇ ਹੱਥ ਪੈਰ ਧੋਤੇ, ਕੱਪੜੇ ਬਦਲੇ ਤੇ ਰੋਟੀ ਖਾਣ ਬੈਠ ਗਿਆ। ਉਹਨੂੰ ਬਹੁਤੀ ਭੁੱਖ ਨਹੀਂ ਸੀ। ਪਤਾ ਨਹੀਂ ਕਿਉਂ ਉਹਨੇ ਆਮ ਨਾਲੋਂ ਘੱਟ ਰੋਟੀ ਖਾਧੀ ਤੇ ਆਪਣਾ ਬਿਸਤਰਾ ਸਿੱਧਾ ਕਰਕੇ ਦੂਜੇ ਮੰਜੇ ਉੱਤੋਂ ਪੁੱਚੋ ਨੂੰ ਚੁੱਕ ਕੇ ਆਪਣੇ ਨਾਲ ਪਾ ਲਿਆ। ਮਾਂ ਧੀ ਨੇ ਰੋਟੀ ਖਾਧੀ, ਭਾਂਡਾ ਟੀਂਡਾ ਨਿਬੇੜਿਆ ਤੇ ਨਿੱਕੇ ਦੇ ਨੇੜੇ ਹੀ ਦੂਜੇ ਮੰਜੇ ਉੱਤੇ ਆਣ ਪਈਆਂ। ਚੰਦ ਕੁ ਪਲ ਹੀ ਅਜੇ ਪਿਆ ਨੂੰ ਹੋਏ ਸੀ ਕਿ ਨਿੱਕੇ ਦੇ ਮਨ ਵਿੱਚ ਕੁਝ ਆਇਆ। ਉਹ ਉੱਠਿਆ ਤੇ ਬੁੜੇ ਨੂੰ ਵੇਖਣ ਦੂਜੀ ਸਬਾਤ ਵਿੱਚ ਚਲਾ ਗਿਆ। ਬੁੜਾ ਜਾਗੋ ਮਿੱਟੀ ਸੀ, ਕਦੇ ਖੰਘਦਾ ਕਦੇ ਟਿਕ ਜਾਂਦਾ। ਪਾਪਾ, ਤਾਪ ਕਿੱਦਾਂ ਹੁਣ? ਉਹਨੇ ਕੋਲ ਹੋ ਕੇ ਪੁੱਛਿਆ। ਪਿੰਡਾ ਤਾਂ ਠੰਡਾ ਲੱਗਦਾ, ਸਾਹ ਨਹੀਂ ਆਉਂਦਾ ਸੂਤ ਸਿਰ, ਵਲੀ ਜਿਹੀ ਆਵਾਜ਼ ਵਿੱਚ ਬੁੜੇ ਨੇ ਦੱਸਿਆ। ਕੱਲ ਕਹਿੰਦੇ ਆ ਡਾਕਟਰ ਨੂੰ ਸਾਹ ਦਾ। ਇੰਨੀ ਕੁ ਗੱਲ ਨਾਲ ਜਿਵੇਂ ਉਸਨੂੰ ਤਸੱਲੀ ਜਿਹੀ ਹੋ ਗਈ ਹੋਵੇ। ਪਰਸੇ ਦਾ ਕੋਈ ਜਵਾਬ ਸੁਣੇ ਬਿਨਾਂ ਉਹ ਉਸੇ ਪਲ ਆ ਕੇ ਆਪਣੇ ਮੰਜੇ ਉੱਤੇ ਆਣ ਡਿੱਗਿਆ। ਉਸਨੂੰ ਗੂੜੀ ਨੀਂਦ ਆਉਂਦੀ ਹੁੰਦੀ ਸੀ, ਇੰਨੀ ਗੂੜੀ ਕਿ ਉਹ ਪੈਂਦਿਆਂ ਸਾਰ ਸੌਂ ਜਾਂਦਾ। ਘਰ ਵਾਲੀ ਕਦੇ ਔਲਦੀ ਵੀ ਕਿ ਨਿੱਕਾ ਉਹਦੇ ਨਾਲ ਕੋਈ ਗੱਲ ਕੱਤ ਕਰੇ, ਉਹਨੂੰ ਬੁਲਾਵੇ ਚਲਾਵੇ, ਪਰ ਨਿੱਕਾ ਘੋੜੇ ਵੇਚ ਕੇ ਸੁੱਤਾ ਹੁੰਦਾ। ਪਰ ਅੱਜ ਨਿੱਕੇ ਨੂੰ ਨੀਂਦ ਨਹੀਂ ਸੀ ਆਈ। ਰਜਾਈ ਵਿੱਚ ਮੂੰਹ ਵਾੜ ਕੇ ਉਹ ਬਸ ਸੌਣ ਦਾ ਅਭਿਨੈ ਕਰਨ ਲੱਗਾ। ਉਸਦੇ ਮੱਥੇ ਵਿੱਚ ਅੱਜ ਅਚਾਨਕ ਕਿੰਨੀਆਂ ਹੀ ਸੋਚਾਂ ਸਰਪਟ ਦੌੜਨ ਲੱਗੀਆਂ ਸਨ। ਪਹਿਲਾਂ ਉਸਦੇ ਮਨ ਵਿੱਚ ਉਸਦੇ ਬਾਪ ਦੀਆਂ ਗੱਲਾਂ ਚੱਲਣ ਲੱਗੀਆਂ। ਪਰਸਾ ਸਿਉਂ ਪਿੰਡ ਵਿੱਚ ਸਿਰੇ ਦਾ ਕਾਮਾ ਸੀ। ਜਿਸ ਨਾਲ ਉਹ ਸੀਰ ਕਰਦਾ, ਉਹ ਜੱਟ ਦੀ ਫਸਲਵਾੜੀ ਕੁੱਲ ਪਿੰਡ ਤੋਂ ਚੰਗੀ ਹੁੰਦੀ। ਉਹ ਕੰਮ ਵਿੱਚ ਆਪਣੀ ਜਾਨ ਲਗਾ ਦਿੰਦਾ। ਜੱਟ ਨਾਲੋਂ ਵੱਧ ਖੇਤ ਦਾ ਫਿਕਰ ਪਰਸਾ ਕਰਦਾ। ਪਿੰਡ ਵਿੱਚ ਹਰ ਕੋਈ ਉਸਨੂੰ ਆਪਣੇ ਨਾਲ ਰੱਖਣਾ ਚਾਹੁੰਦਾ। ਉਹ ਜੱਟ ਤੇ ਸੀਰੀ ਦੇ ਰਿਸ਼ਤੇ ਦੀਆਂ ਗੱਲਾਂ ਕਰਦਾ। ਆਖਦਾ, ਜਿਸ ਘਰ ਦਾ ਖਾਓ ਉਹਦੀ ਸਦਾ ਸੁੱਖ ਮੰਗੀ ਦੀ ਆ। 25 ਸਾਲ ਪਰਸੇ ਨੇ ਪਿੰਡ ਦੇ ਕਈ ਜੱਟਾਂ ਨਾਲ ਕੱਟੇ ਸਨ। ਉਹ ਕਦੇ ਕੰਮ ਤੋਂ ਨਾ ਭੱਜਦਾ। ਕੁੰਦਨ ਵਰਗੀ ਦੇਹੀ ਸੀ ਉਸਦੀ, ਪਰ ਹੁਣ ਉਹੀ ਪਰਸਾ ਮੰਜਾ ਮੱਲੀ ਪਿਆ ਸੀ। ਨਿੱਕੇ ਨੂੰ ਫਿਕਰ ਹੋਇਆ। ਦੂਜੀ ਸਬਾਤ ਵਿੱਚੋਂ ਉਸਦੇ ਖੰਘਣ ਦੀ ਆਵਾਜ਼ ਅਜੇ ਕਦੇ ਕਦੇ ਆ ਰਹੀ ਸੀ। ਸੋਚਦਾ ਸੋਚਦਾ
ਨਿੱਕਾ ਹੋਰ ਪਿਛਾਂ ਚਲਾ ਗਿਆ। 5 ਭੈਣਾਂ ਸਨ ਉਸ ਦੀਆਂ। ਪੁੱਤ ਦੀ ਲਾਲਸਾ ਵਿੱਚ ਪਰਸੇ ਨੇ ਵਿਹੜਾ ਧੀਆਂ ਨਾਲ ਭਰ ਲਿਆ। ਉਹ 5 ਭੈਣਾਂ ਵਿੱਚ ਸਭ ਤੋਂ ਨਿੱਕਾ ਸੀ। ਸਾਰੇ ਉਸ ਨੂੰ ਨਿੱਕਾ ਨਿੱਕਾ ਆਖਦੇ ਤੇ ਇਹੀ ਸ਼ਬਦ ਜਿਵੇਂ ਉਸ ਦਾ ਨਾਮ ਬਣ ਕੇ ਰਹਿ ਗਿਆ ਸੀ। ਸਾਰਾ ਸੰਸਾਰ ਬਸ ਉਸ ਨੂੰ ਨਿੱਕਾ ਹੀ ਆਖਦਾ। ਮਾਂ ਨੇ ਉਸ ਦਾ ਨਾਮ ਜੰਗ ਸ਼ੇਰ ਸਿੰਘ ਰੱਖਿਆ ਸੀ। ਮਾਂ ਮਰੀ ਤਾਂ ਜਿਵੇਂ ਉਹ ਨਾਮ ਵੀ ਉਸ ਦੇ ਨਾਲ ਹੀ ਗਵਾਚ ਗਿਆ। ਹੁਣ ਉਹ ਬਸ ਨਿੱਕਾ ਸੀ। ਨਿੱਕਿਆ, ਨਿੱਕਿਆ ਓਏ। ਉਸ ਨੂੰ ਲੱਗਾ ਅਚਾਨਕ ਜਿਵੇਂ ਕਿਸੇ ਉਸ ਦਾ ਨਾਮ ਲੈ ਕੇ ਆਵਾਜ਼ ਮਾਰੀ ਹੋਵੇ। ਉਸਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢਿਆ। ਮੁੜ ਹਾਕ ਸੁਣਾਈ ਦਿੱਤੀ। ਇਹ ਤਾਂ ਪਰਸਾ ਸੀ। ਨਿੱਕਾ ਡਰ ਜਿਹਾ ਗਿਆ। ਕੀ ਆ ਪਾਪਾ? ਥੋੜਾ ਡਰ, ਥੋੜੀ ਖਿੱਝ ਸੀ ਉਸ ਦੇ ਬੋਲਾਂ ਵਿੱਚ। ਮੱਲਾ ਸਾਹ ਨਹੀਂ ਆਉਂਦਾ। ਕੋਈ ਇੱਟਾ ਰੋੜਾ ਲਿਆ ਗਰਮ ਕਰਕੇ ਸੇਕਦਿਆਂ ਹਿੱਕ ਨੂੰ। ਨਿੱਕੇ ਦਾ ਮਨ ਕੀਤਾ ਘਰ ਵਾਲੀ ਨੂੰ ਉਠਾਵੇ। ਫਿਰ ਨਾ ਜਾਣੇ ਉਸ ਦੇ ਮਨ ਵਿੱਚ ਕੀ ਆਈ। ਉਹਨੇ ਵਿਹੜੇ ਵਿੱਚੋਂ ਵੱਟਾ ਲੱਭਿਆ। ਚੁੱਲ੍ਹੇ ਵਿੱਚ ਬਚੀ ਹੋਈ ਮੱਧਮ ਜੀ ਅੱਗ ਦੇ ਮੁੜ ਕੱਖ ਕਾਨੇ ਸੁੱਟੇ। ਪਾਥੀ ਭੰਨ ਕੇ ਰੱਖੀ ਤੇ ਅੱਗ ਮਚਾ ਕੇ ਸਹਿਜੇ ਜਿਹੇ ਵੱਟਾ ਲਾਟ ਉੱਤੇ ਟਿਕਾ ਦਿੱਤਾ। ਉਹ ਚੁੱਲ੍ਹੇ ਮੂਹਰੇ ਚੌਂਕੀ ਲਾ ਕੇ ਬੈਠ ਗਿਆ। ਸੇਕ ਉਸ ਨੂੰ ਚੰਗਾ ਚੰਗਾ ਲੱਗਾ। ਧੁੰਦ ਪਈ ਹੋਈ ਸੀ। ਸ਼ਾਹ ਹਨੇਰੇ ਨੇ ਪੂਰੇ ਘਰ ਨੂੰ ਜਿਵੇਂ ਕਲਾਵੇ ਵਿੱਚ ਭਰਿਆ ਹੋਇਆ ਸੀ। ਹਨੇਰੇ ਤੋਂ ਉਹਨੇ ਮਨ ਹੀ ਮਨ ਵਕਤ ਦਾ ਅੰਦਾਜ਼ਾ ਲਗਾਇਆ। 10 ਤਾਂ ਪੱਕਾ ਵੱਜ ਗਏ ਹੋਣੇ, ਉਸਨੇ ਜਿਵੇਂ ਖੁਦ ਨੂੰ ਆਖਿਆ। ਰੋੜਾ ਅੱਗ ਵਿੱਚ ਪਿਆ ਲਾਲ ਹੋ ਗਿਆ, ਪਰ ਨਿੱਕੇ ਦਾ ਧਿਆਨ ਰਤਾ ਵੀ ਰੋੜੇ ਵੱਲ ਨਹੀਂ ਗਿਆ। ਬਸ ਕਦੇ ਕਦੇ ਬੁੜੇ ਦੀ ਖੰਗੂਰ ਸੁਣਦੀ। ਉਸਦੀ ਆਵਾਜ਼ ਨੂੰ ਜਿਵੇਂ ਨਿੱਕਾ ਗੌਲ ਹੀ ਨਹੀਂ ਸੀ ਰਿਹਾ। ਉਸ ਦੀਆਂ ਸੋਚਾਂ ਵਿੱਚ ਉਸਦੀ ਮਾਂ ਸ਼ੀਰੋ ਉੱਭਰ ਆਈ। ਪੂਰਾ ਨਾਂ ਜਿਸਦਾ ਕਸ਼ਮੀਰ ਕੌਰ ਸੀ। ਨਿੱਕੇ ਨੂੰ ਮਾਂ ਦੀ ਯਾਦ ਆਉਣ ਲੱਗੀ। ਉਹਦੀ ਸਭ ਤੋਂ ਛੋਟੀ ਭੈਣ ਅਜੇ ਵਿਆਹੁਣ ਵਾਲੀ ਸੀ ਜਦੋਂ ਉਹਦੀ ਮਾਂ ਕਈ ਮਹੀਨੇ ਮੰਜੇ ਤੇ ਪੈ ਕੇ ਚੱਲ ਵਸੀ ਸੀ। ਛੋਟੀ ਕੁੜੀ ਵਿਆਹੀ ਗਈ ਤਾਂ ਘਰੇ ਰੋਟੀ ਟੁੱਕ ਦਾ ਵੀ ਔਖਾ ਹੋ ਗਿਆ ਸੀ। ਉਹ ਤੇ ਪਰਸੂ ਖੁਦ ਚੌਂਕੇ ਚੁੱਲ੍ਹੇ ਦਾ ਕੰਮ ਕਰਦੇ। ਨਿੱਕਾ ਤਾਂ ਉਦੋਂ ਛੋਟਾ ਹੀ ਸੀ, ਪਰ ਫਿਰ ਵੀ ਨਿੱਕੇ ਨਿੱਕੇ ਕੰਮਾਂ ਵਿੱਚ ਬਾਪ ਦਾ ਹੱਥ ਵਡਾਉਂਦਾ। ਰੋਟੀ ਆਮ ਕਰਕੇ ਤਾਂ ਸੀਰ ਵਾਲੇ ਘਰੋਂ ਹੀ ਆ ਜਾਂਦੀ, ਪਰ ਫਿਰ ਵੀ ਘਰੇ ਕੰਮ ਕਰਨ ਨੂੰ ਬਥੇਰਾ ਕੁਝ ਹੁੰਦਾ। ਦੋਵੇਂ ਪਿਓ ਪੁੱਤ ਰਲ ਕੇ ਵਿਹੜਾ ਹੂੰਝਦੇ, ਕੱਪੜੇ ਧੋਂਦੇ। ਜਦ ਕਦੇ ਨਿੱਕੇ ਦੀ ਕੋਈ ਭੈਣ ਪੇਕੀ ਆਉਂਦੀ, ਉਦੋਂ 2-4 ਦਿਨ ਕੰਮਾਂ ਤੋਂ ਉਹਨਾਂ ਦੋਨਾਂ ਪਿਓ ਪੁੱਤਾਂ ਨੂੰ ਛੁੱਟੀ ਮਿਲ ਜਾਂਦੀ। ਪਰ ਕੁੜੀਆਂ ਕਿਹੜਾ ਨਿੱਤ ਆਉਂਦੀਆਂ। ਨਿੱਕੇ ਦਾ ਸਕੂਲ ਛੁੱਟ ਗਿਆ ਸੀ। ਸਾਰੇ ਪਰਸੂ ਨੂੰ ਸਲਾਹਾਂ ਦਿੰਦੇ ਕਿ ਉਹ ਨਿੱਕੇ ਦਾ ਵਿਆਹ ਕਰ ਲਏ। ਵਿਆਹ ਲਫ਼ਜ਼ ਮਨ ਵਿੱਚ ਆਉਂਦਿਆਂ ਨਿੱਕੇ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਉਸਨੂੰ ਯਾਦ ਆਇਆ ਕਿ ਉਸਦੀ ਮਾਂ ਕਿੰਨੇ ਸੁਪਨੇ ਵੇਖਦੀ ਸੀ ਉਸਦੇ ਵਿਆਹ ਨੂੰ ਲੈ ਕੇ। ਕਿੰਨੇ ਚਾਅ ਸੀ ਉਸਦੇ ਮਨ ਵਿੱਚ। ਦੇ ਗਾਲ ਕੇ 5 ਧੀਆਂ ਮਗਰੋਂ ਇੱਕ ਪੁੱਤ ਜੁੜਿਆ ਸੀ ਉਸਨੂੰ, ਪਰ ਉਸੇ ਪੁੱਤ ਦੇ ਸਿਰ ਉੱਤੋਂ ਪਾਣੀ ਵਾਰ ਕੇ ਪੀਣਾ ਸ਼ੀਰੋ ਨੂੰ ਨਸੀਬ ਨਹੀਂ ਸੀ ਹੋਇਆ। ਕੈਂਸਰ ਨਾਲ ਮੌਤ ਹੋ ਗਈ ਸੀ ਉਸਦੀ। ਨਿੱਕਾ ਉਦੋਂ ਮਸਾਂ 15 ਕੁ ਸਾਲਾਂ ਦਾ ਸੀ। ਉਹ ਡੌਰ ਪੌਰ ਮਾਂ ਦੀ ਲਾਸ਼ ਦੇਖਦਾ ਰਹਿ ਗਿਆ ਸੀ। ਅੰਗੀਠੇ ਦੀ ਪਰਿਕਰਮਾ ਕਰਕੇ ਜਦੋਂ ਉਸਨੇ ਪਰਾੜੀ ਨਾਲ ਲਾਂਬੂ ਲਾਇਆ ਸੀ ਤਾਂ ਇੱਕ ਭਿਆਨਕ ਲੇਰ ਉਹਦੇ ਗਲੇ ਵਿੱਚੋਂ ਨਿਕਲੀ ਸੀ। ਅੱਗ ਦੀਆਂ ਲਪਟਾਂ ਵਿੱਚ ਮਾਂ ਦੇ ਨਾਲ ਨਾਲ ਜਿਵੇਂ ਹੋਰ ਬਹੁਤ ਕੁਝ ਸੜ ਕੇ ਸਵਾਹ ਹੋ ਗਿਆ ਸੀ। ਚੁੱਲ੍ਹੇ ਵਿੱਚ ਅੱਗ ਬੁਝਣ ਲੱਗੀ ਤਾਂ ਨਿੱਕੇ ਨੂੰ ਅਹਿਸਾਸ ਹੋਇਆ ਉਹ ਬਾਹਰ ਅੰਤਾਂ ਦੀ ਠੰਡ ਵਿੱਚ ਬੈਠਾ ਸੀ। ਰੋੜਾ ਤਪ ਕੇ ਸਰਖ ਹੋਇਆ ਪਿਆ ਸੀ। ਉਹਨੇ ਉੱਠ ਕੇ ਮੋਟਾ ਸਾਰਾ ਕੱਪੜਾ ਲੱਭਿਆ, ਰੋੜਾ ਉਹਦੇ ਵਿੱਚ ਲਪੇਟਿਆ ਤੇ ਅੰਦਰ ਜਾ ਕੇ ਬੁੜੇ ਦੀ ਹਿੱਕ ਤੇ ਸੇਕ ਦੇਣ ਲੱਗਾ। ਬਾਹਰ ਫੈਲੇ ਹਨੇਰੇ ਵਰਗੀ ਉਹਨਾਂ ਦੋਨਾਂ ਵਿਚਾਲੇ ਚੁੱਪ ਫੈਲੀ ਹੋਈ ਸੀ। ਸੇਕ ਦਿੰਦਿਆਂ ਮਾਂ ਮੁੜ ਉਸਦੇ ਜ਼ਿਹਨ ਵਿੱਚ ਆ ਗਈ। 5 ਧੀਆਂ ਵਿਆਹੁੰਦਿਆਂ ਉਸਦੇ ਮਾਪੇ ਬੁੜੇ ਹੋ ਗਏ ਸਨ। ਪਰਸੂ ਸਾਰੀ ਉਮਰ ਜੱਟਾਂ ਦਾ ਕਰਜ਼ਾਈ ਰਿਹਾ ਤੇ ਸ਼ੀਰੋ ਸਾਰੀ ਉਮਰ ਹੱਡ ਰਗੜਦੀ ਰਹੀ। 2-3 ਘਰ ਪੱਕੇ ਸਨ ਉਸਦੇ ਗੋਹੇ ਕੂੜੇ ਦੇ। ਫਿਰ ਉਹ ਕਦੇ ਕਪਾਹਾਂ ਚੁਗਦੀ, ਕਦੇ ਮਿਰਚਾਂ ਤੋੜਦੀ, ਕਦੇ ਕਿਸੇ ਦੀਆਂ ਛੱਤਾਂ ਲਿਪਦੀ। ਸਿਆਲਾਂ ਵਿੱਚ ਲੋਕਾਂ ਦੀਆਂ ਰਜਾਈਆਂ ਤਲਾਈਆਂ ਨੂੰ ਨਗੰਦੇ ਮਾਰਦੀ। ਉਹ ਹਰ ਕੰਮ ਕਰਦੀ, ਪਰ ਕਰਦੇ 5 ਪਾਂਜੇ ਕਦੀ ਪੂਰੇ ਨਾ ਹੁੰਦੇ। ਕਬੀਲਦਾਰੀ ਟੁੱਟੀ ਰਹਿੰਦੀ ਤੇ ਰਜਾਈਆਂ ਵਾਂਗ ਹੀ ਉਹ ਸਾਰੀ ਉਮਰ ਇਸ ਟੁੱਟੀ ਕਬੀਲਦਾਰੀ ਨੂੰ ਨਗੰਦੇ ਮਾਰਦੀ ਤੁਰ ਗਈ ਸੀ। ਚੱਲ ਬਸ ਕਰ, ਸੌਖੀ ਹੋ ਗਈ ਹਿੱਕ ਹੁਣ। ਬੁੜੇ ਦੇ ਬੋਲਾਂ ਨੇ ਨਿੱਕੇ ਦੀ ਸੁਰਤੀ ਤੋੜੀ। ਹੋਰ ਕੁਝ ਚਾਹੀਦਾ? ਉਹਨੇ ਰੋੜਾ ਮੰਜੇ ਦੇ ਹੇਠਾਂ ਧਰਦਿਆਂ ਪੁੱਛਿਆ। ਨਹੀਂ, ਪੈ ਜਾ ਤੂੰ, ਬੁੜੇ ਆਖਿਆ ਤੇ ਨਿੱਕਾ ਬਿਨਾਂ ਕੁਝ ਹੋਰ ਕਹੇ ਸੁਣੇ ਜਾ ਕੇ ਆਪਣੀ ਰਜਾਈ ਵਿੱਚ ਵੜ ਗਿਆ।
ਉਸਨੂੰ ਅਜੀਬ ਜਿਹਾ ਖਾਲੀਪਣ ਮਹਿਸੂਸ ਹੁੰਦਾ ਰਿਹਾ। ਕਿੰਨੀਆਂ ਹੀ ਗੱਲਾਂ ਉਸਦੇ ਦਿਮਾਗ ਵਿੱਚ ਗੇੜੇ ਕੱਢਣ ਲੱਗੀਆਂ। ਸੋਚਾਂ ਵਿੱਚ ਉਲਝੇ ਨੂੰ ਉਸਨੂੰ ਕਦੋਂ ਨੀਂਦ ਆ ਗਈ, ਉਸਨੂੰ ਖੁਦ ਪਤਾ ਨਾ ਲੱਗਿਆ। ਸਵੇਰੇ ਘਰ ਵਾਲੀ ਨੇ ਹਲੂਣਿਆ। ਕੰਮ ਵਾਲਿਆਂ ਦੇ ਜਾਣ ਦਾ ਵੇਲਾ ਜੋ ਹੋ ਗਿਆ ਸੀ। ਖੇਤ ਜਾਣ ਤੋਂ ਪਹਿਲਾਂ ਚੱਕੀ ਤੇ ਗੰਢ ਸੁੱਟ ਕੇ ਆਵੀਂ ਨਿੱਕਿਆ। ਚਾਚੀ ਚਰਨੀ ਨੇ ਬੂਹੇ ਵੜਦਿਆਂ ਸਾਰ ਕੰਮ ਗਣਾਉਣੇ ਸ਼ੁਰੂ ਕਰ ਦਿੱਤੇ। ਅੱਜ ਮੇਰਾ ਪੁੱਤ ਉੱਤੋਂ ਚਵਾਰਿਓਂ ਕਪਾਹ ਵਾਲੀਆਂ ਬੋਰੀਆਂ ਵੀ ਲਾ ਦੇਈਂ, ਚਾਹ ਧਰਦੀਆਂ, ਪਸ਼ੂ ਕੱਢ ਲਾ ਉਨੀ ਦੇਰ। ਨਿੱਕਾ ਕੁਝ ਨਾ ਬੋਲਿਆ। ਸਾਰੀਆਂ ਗੱਲਾਂ ਜਿਵੇਂ ਪੱਲੇ ਬੰਨ ਲਈਆਂ ਹੋਣ ਤੇ ਚੁੱਪਚਾਪ ਜਾ ਕੇ ਪਸ਼ੂ ਬਾਹਰ ਬੰਨਣ ਲੱਗਿਆ। ਇਹ ਸਭ ਤਾਂ ਉਸਦੇ ਕੰਮ ਦਾ ਹਿੱਸਾ ਸੀ। ਸਵੇਰ ਤੋਂ ਰਾਤ ਤੀਕ ਉਹ ਕਈ ਕੁਝ ਕਰਦਾ ਜਾਂਦਾ। ਮੰਜਾ ਤਾਂ ਉਸਨੂੰ ਰਾਤ ਨੂੰ ਨਸੀਬ ਹੁੰਦਾ। ਕਦੀ ਕਦੀ ਉਹ ਸੋਚਦਾ, ਮਨਾਂ 4 ਅੱਖਰ ਪੜ੍ਹੇ ਹੁੰਦੇ ਤਾਂ ਖਬਰੇ ਕਿਤੇ ਫੌਜ ਚੁੱਕ ਹੀ ਹੋ ਜਾਂਦਾ। ਵਿਹੜੇ ਵਿੱਚੋਂ ਕਿੰਨੇ ਮੁੰਡੇ ਹੁਣ ਭਰਤੀ ਹੋ ਗਏ ਸਨ। ਛੁੱਟੀ ਆਏ ਉਹ ਪਹਿਚਾਣੇ ਨਾ ਜਾਂਦੇ, ਪੂਰਾ ਪਹਿਨ ਪਚਰ ਕੇ ਰਹਿੰਦੇ। ਫੌਜੀ ਕੰਟੀਨ ਤੋਂ ਲਿਆਂਦੀ ਰੰਮ ਦਾ ਆਥਣ ਨੂੰ ਪੈਗ ਮਾਰਦੇ ਤੇ ਇਲਾਇਚੀਆਂ ਚੱਬਦੇ ਮੋੜਾਂ ਤੇ ਖਲੋ ਕੇ ਆਉਂਦੇ ਜਾਂਦੇ ਨੂੰ ਫੌਜੀ ਜੀਵਨ ਦੀਆਂ ਗੱਲਾਂ ਸੁਣਾਉਂਦੇ। ਉਹਨਾਂ ਦੀਆਂ ਗੱਲਾਂ ਸੁਣਦਾ ਨਿੱਕਾ ਕਦੇ ਕਦੇ ਉਦਾਸ ਹੋ ਜਾਂਦਾ। ਉਹ ਸੋਚਦਾ, ਉਹਦੀ ਮਾਂ, ਉਹਦਾ ਬਾਪ ਤੇ ਹੁਣ ਉਹ ਖੁਦ ਜੱਟਾਂ ਦੀਆਂ ਵੱਟਾਂ ਤੇ ਪੈਰ ਵਧਾਉਂਦਿਆਂ ਹੀ ਉਸਦੀ ਆਰਜਾ ਬੀਤ ਜਾਣੀ ਆ। ਉਸਦੀਆਂ ਅੱਖਾਂ ਅੱਗੇ ਉਸਦੇ ਮਾਪਿਆਂ ਦਾ ਪੂਰਾ ਜੀਵਨ ਸੀ। ਕਬੀਲਦਾਰੀ ਦੀ ਪੰਡ ਉਸਦੇ ਬਾਪ ਲਈ ਭਿੱਜੀ ਕੰਬਲੀ ਵਰਗੀ ਸੀ। 5 ਧੀਆਂ ਵਾਰੀ-ਵਾਰੀ ਵਿਆਹੀਆਂ, ਫਿਰ ਕਦੇ ਕਿਸੇ ਦੇ ਮੁੰਡਾ ਕੁੜੀ ਹੋ ਪਿਆ, ਕਦੇ ਕਿਸੇ ਦੀ ਸੱਸ ਮਰ ਗਈ, ਕਦੇ ਕਿਸੇ ਦਾ ਸਹੁਰਾ। ਉਹ ਬਸ ਧੀਆਂ ਦੀਆਂ ਜ਼ਿੰਮੇਵਾਰੀਆਂ ਹੀ ਨਜਿੱਠਦਾ ਰਹਿੰਦਾ ਤੇ ਉਹਦੀ ਮਾਂ ਹਰ ਐਸੀ ਘੜੀ ਇੱਕੋ ਅਖਾਣ ਵਰਤਦੀ, ਕੁਆਰੀਆਂ ਖਾਣ ਰੋਟੀਆਂ, ਵਿਆਹੀਆਂ ਖਾਣ ਬੋਟੀਆਂ। ਹੁਣ ਉਹੀ ਸੰਸੇ ਨਿੱਕੇ ਅੱਗੇ ਖੜੇ ਸਨ। ਤਿੱਥ ਤਿਉਹਾਰ, ਭੈਣਾਂ ਦੇ ਬੂਹੇ ਜਾਣ ਦਾ ਫਿਕਰ ਉਸਨੂੰ ਵੀ ਪਿਆ ਹੁੰਦਾ। ਉਸਨੇ 5 ਥਾਈਂ ਵਰਤਣਾ ਹੁੰਦਾ। ਸਭ ਦੇ ਜਵਾਕ ਵੱਡੇ ਹੋਣ ਵਾਲੇ ਸਨ। ਅੱਗੇ ਪਿੱਛੇ ਸਭ ਦੇ ਵਿਆਹਾਂ ਦਾ ਸਿਲਸਿਲਾ ਛੱਡਣ ਵਾਲਾ ਸੀ। ਉਹਨੇ ਕਿੰਨੀ ਥਾਈਂ ਮਾਮਾ ਬਣ ਕੇ ਭੁਗਤਣਾ ਸੀ। ਕਦੀ ਕਦੀ ਨਿੱਕੇ ਦੇ ਮਨ ਵਿੱਚ ਆਉਂਦਾ ਵੀ ਕੀ ਲੋੜ ਸੀ ਇੰਨੇ ਜਵਾਕ ਜੰਮਣ ਦੀ ਬੁੜੇ ਨੂੰ। ਕਿਹੜੇ ਮੁਰੱਬੇ ਰੁੜਦੇ ਜਾਂਦੇ ਸਨ ਕਿ ਮੁੰਡਾ ਭਾਲਦੇ ਨੇ 5 ਧੀਆਂ ਜੰਮ ਲਈਆਂ। ਕਦੇ ਉਹਨੂੰ ਲੱਗਦਾ 5 ਧੀਆਂ ਤਾਂ ਜੰਮੀਆਂ ਸਨ, ਸੋ ਜੰਮੀਆਂ ਸਨ। 6ਵਾਂ ਉਹਨੂੰ ਜੰਮ ਕੇ ਵੱਡੀ ਕਬੀਲਦਾਰੀ ਉਸਦੇ ਗਲ ਕਿਉਂ ਪਾ ਦਿੱਤੀ। ਕਦੀ ਕਦੀ ਇਸ ਗੱਲੋਂ ਆਪਣਾ ਬਾਪ ਉਸਨੂੰ ਭੈੜਾ ਵੀ ਲੱਗਣ ਲੱਗ ਜਾਂਦਾ ਤੇ ਭੈੜਾ ਉਹਨੂੰ ਉਦੋਂ ਲੱਗਦਾ ਜਦੋਂ ਕਬੀਲਦਾਰੀ ਦਾ ਝੰਬਿਆ ਉਹ ਪੈਸੇ ਟਕੇ ਵੱਲੋਂ ਟੁੱਟਿਆ ਹੁੰਦਾ। ਜਦੋਂ ਕਦੇ 5 ਕੁੜੀਆਂ ਤੇ ਜਵਾਕ ਜੱਲਾ ਇਕੱਠੇ ਘਰੇ ਆ ਜਾਂਦੇ, ਨਿੱਕੇ ਨੂੰ ਲੱਗਦਾ ਘਰੇ ਜਿੱਦਾਂ ਕੁਰਬਲ ਹੋਣ ਲੱਗੀ ਹੋਵੇ। ਕਦੀ ਕਦੀ ਨਿੱਕੇ ਨੂੰ ਆਪਣਾ ਇਹ ਸਭ ਸੋਚਣਾ ਭੈੜਾ ਵੀ ਲੱਗਦਾ। ਉਹ ਸੋਚਦਾ, ਘਰ ਦੀਆਂ ਧੀਆਂ ਨੇ, ਉਹ ਹੋਰ ਜਾਣਗੀਆਂ ਵੀ ਕਿੱਥੇ। ਉਹਦੇ ਆਪਣੇ ਵੀ ਤਾਂ 2 ਧੀਆਂ ਨੇ। ਕਬੀਲਦਾਰੀ ਤਾਂ ਇਉਂ ਹੀ ਭੁਗਦੀ ਆ। ਉਹ ਸੋਚਾਂ ਵਿੱਚ ਉਲਝਿਆ ਹੀ ਪਸ਼ੂ ਬਾਹਰ ਬੰਨ੍ਹਦਾ ਗਿਆ। ਅਚਾਨਕ ਕਿੱਲੇ ਨਾਲ ਪੈਰ ਵੱਜਿਆ ਤਾਂ ਉਸਦੀ ਸੁਰਤੀ ਟੁੱਟੀ। ਪਸ਼ੂ ਬਾਹਰ ਬੰਨ੍ਹਦਿਆਂ ਤੀਕ ਚਾਹ ਬਣ ਗਈ ਸੀ। ਚਾਚੀ ਬਚਨੀ ਕੋਲੋਂ ਚਾਹ ਦਾ ਗਲਾਸ ਫੜ ਕੇ ਉਹਨੇ ਪਹਿਲੀ ਘੁੱਟ ਭਰੀ ਹੀ ਸੀ ਕਿ ਉਸਦੀ ਵੱਡੀ ਕੁੜੀ ਦਾਰਾ ਸਿਉਂ ਦਾ ਗੇਟ ਟੱਪਦੀ ਉਸਦੇ ਨਜ਼ਰੀ ਪਈ। ਨਿੱਕਾ ਸਮਝ ਗਿਆ, ਜ਼ਰੂਰ ਕੋਈ ਗੱਲ ਹੋਣੀ ਆ। ਕੁੜੀ ਅੱਗੇ ਤਾਂ ਕਦੀ ਮਗਰ ਨਹੀਂ ਆਈ। ਕੀ ਗੱਲ ਆ ਮਾਣੀਏ? ਉਹਨੇ ਕੁੜੀ ਦੇ ਕੁਝ ਕਹਿਣ ਦੱਸਣ ਤੋਂ ਪਹਿਲਾਂ ਖੁਦ ਹੀ ਪੁੱਛ ਲਿਆ। ਡੈਡੀ, ਬਾਪੂ ਬਾਹਲਾ ਤੰਗ ਆ। ਮੰਮੀ ਕਹਿੰਦੀ ਸੀ ਤੈਨੂੰ ਸੱਦ ਕੇ ਲਿਆਵਾਂ। ਕੁੜੀ ਨੂੰ ਜੋ ਮਾਂ ਨੇ ਕਹਿ ਕੇ ਭੇਜਿਆ ਸੀ ਉਸਨੇ ਆ ਕੇ ਆਖ ਦਿੱਤਾ। ਹੁਣੇ ਤਾਂ ਆਇਆ ਮੈਂ, ਮਿੰਟ ਵਿੱਚ ਦੀ ਕੀ ਹੋ ਗਿਆ? ਉਸਨੇ ਜਿਵੇਂ ਅੱਕੇ ਜੇ ਮਨ ਨਾਲ ਖੁਦ ਨੂੰ ਆਖਿਆ। ਦਾਰਾ ਸਿਉਂ ਤਾਂ ਘਰ ਨਹੀਂ ਸੀ। ਉਸਨੇ ਬਚਨੀ ਚਾਚੀ ਨੂੰ ਬੁੜੇ ਦੀ ਹਾਲਤ ਬਾਰੇ ਦੱਸਿਆ ਤੇ ਵੇਖ ਕੇ ਆਉਂਦਾ ਕਹਿ ਕੇ ਚਾਹ ਮੁਕਾ ਕੇ ਘਰ ਨੂੰ ਤੁਰ ਪਿਆ। ਨਾਲ ਨਾਲ ਕੁੜੀ ਤੁਰੀ ਆਉਂਦੀ ਸੀ। ਅੱਧਾ ਰਸਤਾ ਉਹ ਆਪਸ ਵਿੱਚ ਕੁਝ ਨਹੀਂ ਬੋਲੇ। ਘਰ ਦੇ ਨੇੜੇ ਆ ਕੇ ਨਿੱਕੇ ਨੇ ਕੁੜੀ ਨੂੰ ਪੁੱਛਿਆ, ਹੁਣ ਕੀ ਹੋਇਆ ਬਾਪੂ ਨੂੰ? ਦੱਸਦਾ ਸੀ ਕੁਛ? ਪਤਾ ਨਹੀਂ, ਕਹਿੰਦਾ ਸਾਹ ਨਹੀਂ ਆਉਂਦਾ। ਕੁੜੀ ਬੇਧਿਆਨੀ ਜਿਹੀ ਵਿੱਚ ਬੋਲ ਗਈ। ਉਸਦਾ ਧਿਆਨ ਤਾਂ ਗਲੀ ਵਿੱਚੋਂ ਲੰਘ ਰਹੀਆਂ ਬੱਕਰੀਆਂ ਵੱਲ ਸੀ। ਨਿੱਕਾ ਸਿੱਧਾ ਬੁੜੇ ਦੀ ਸਮਾਧ ਵਿੱਚ ਗਿਆ। ਉਹ ਜਾਗੋ ਮੀਟਾ ਜਿਹਾ ਪਿਆ ਸੀ। ਕੀ ਹੋਇਆ ਪਾਪਾ? ਉਸਨੇ ਆਮ ਨਾਲੋਂ ਉੱਚੀ ਆਵਾਜ਼ ਵਿੱਚ ਹਾਕ ਮਾਰੀ, ਜਿਵੇਂ ਬੁੜੇ ਨੂੰ ਸੁਣਦਾ ਨਾ ਹੋਵੇ। ਬੁੜਾ ਬੋਲਿਆ ਘੱਟ, ਪਰ ਉਹਨੇ ਇਸ਼ਾਰੇ ਨਾਲ
ਸਮਝਾਇਆ ਕਿ ਉਹਨੂੰ ਸੂਤ ਸਿਰ ਸਾਹ ਨਹੀਂ ਆਉਂਦਾ। ਨਿੱਕਾ ਕੁਝ ਪਲ ਸੋਚੀ ਪਿਆ ਰਿਹਾ। ਮੈਂ ਡਾਕਟਰ ਨੂੰ ਸੱਦ ਕੇ ਲਿਆਉਣਾ। ਉਸਨੇ ਸੋਚਿਆ, ਬੁੜੇ ਨੂੰ ਡਾਕਟਰ ਦੀ ਦੁਕਾਨ ਤੇ ਲੈ ਕੇ ਜਾਣਾ ਔਖਾ, ਡਾਕਟਰ ਨੂੰ ਸੱਦ ਲਿਆਉਂਦਾ। ਉਹ ਮੁੜਦੇ ਪੈਰੀਂ ਡਾਕਟਰ ਨੂੰ ਲੈ ਕੇ ਮੁੜ ਆਇਆ। ਡਾਕਟਰ ਕੰਨਾਂ ਵਿੱਚ ਟੂਟੀਆਂ ਜਿਹੀਆਂ ਲਗਾ ਕੇ ਬੁੜੇ ਨੂੰ ਜਾਂਚਦਾ ਰਿਹਾ। ਫਿਰ ਉਸਨੇ 2 ਟੀਕੇ ਲਗਾਏ, ਕੁਝ ਗੋਲੀਆਂ ਦਿੱਤੀਆਂ, ਆਪਣੇ ਪੈਸੇ ਲਏ ਤੇ ਜਾਣ ਲੱਗਾ ਆਖ ਗਿਆ, ਨਿੱਕਿਆ, ਜੇ ਤਾਂ ਇਦੋਂ ਬਾਅਦ ਸਾਹ ਇਹਦਾ ਸੂਤ ਰਿਹਾ ਠੀਕ ਆ, ਨਹੀਂ ਤਾਂ ਸ਼ਹਿਰ ਨੂੰ ਲੈ ਜੀ। ਫਿਰ ਹੋਰ ਆਪਾਂ ਕੁਝ ਨਹੀਂ ਕਰ ਸਕਦੇ, ਹੋ ਸਕਦਾ ਦਿਲ ਦੀ ਬਿਮਾਰੀ ਹੋਵੇ ਕੋਈ। ਡਾਕਟਰ ਦੀਆਂ ਗੱਲਾਂ ਨੇ ਨਿੱਕੇ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਉਹ ਤਾਂ ਚਲਾ ਗਿਆ, ਪਰ ਨਿੱਕੇ ਦੇ ਸੱਤ ਮਾਰੇ ਗਏ। ਉਹ ਕਿੰਨੀ ਦੇਰ ਚੁੱਪਚਾਪ ਬੁੜੇ ਦੀ ਪੈਂਦੀ ਬੈਠਾ ਰਿਹਾ। ਬੁੜਾ ਕੁਸਕਿਆ ਨਹੀਂ, ਉਹਨੂੰ ਸ਼ਾਇਦ ਨੀਂਦ ਨਹੀਂ ਸੀ ਆ ਰਹੀ, ਬਸ ਨਿੱਕੇ ਨੂੰ ਤੇਜ਼-ਤੇਜ਼ ਚੱਲਦੇ ਉਸਦੇ ਸਾਹ ਸੁਣਾਈ ਦਿੰਦੇ। ਉਹ ਕਿੰਨੀ ਹੀ ਦੇਰ ਗੁੰਮਸਮ ਜਿਹਾ ਉੱਥੇ ਹੀ ਬੈਠਾ ਰਿਹਾ। ਫਿਰ ਅਚਾਨਕ ਜਿਵੇਂ ਸੁਰਤੀ ਟੁੱਟ ਗਈ ਹੋਵੇ, ਉਹ ਉੱਠਿਆ। ਘਰਵਾਲੀ ਨੂੰ ਇਹ ਆਖ ਕੇ ਕਿ ਮੁੜ ਲੋੜ ਪਈ ਤਾਂ ਬੁਲਾ ਲਈ, ਉਹ ਪੈਰ ਘੜੀਸਦਾ ਦਾਰਾ ਸਿਉਂ ਦੇ ਘਰ ਵੱਲ ਨੂੰ ਤੁਰ ਪਿਆ। ਧੁੰਦ ਨਹੀਂ ਸੀ ਪਈ, ਪਰ ਧੁੱਪ ਦੇ ਵੀ ਕੋਈ ਅਸਾਰ ਨਹੀਂ ਸਨ। ਦਿਨ ਜਿਵੇਂ ਘਸਮੈਲਾ ਜਿਹਾ ਹੋਇਆ ਪਿਆ ਸੀ, ਕੋਰੇ ਨਾਲ ਹੱਥ ਪੈਰ ਠਰਦੇ। ਜਦੋਂ ਨਿੱਕਾ ਦਾਰਾ ਸਿਉਂ ਦਾ ਬੂਹਾ ਵੜਿਆ, ਬਚਨੀ ਚੁੱਲ੍ਹੇ ਅੱਗੇ ਬੈਠੀ ਰੋਟੀਆਂ ਪਕਾ ਰਹੀ ਸੀ। ਗੋਹੇ ਕੂੜੇ ਵਾਲੀ ਬੁੜੀ ਨੇ ਗੋਹਾ ਗੱਡੇ ਤੇ ਲੱਦਿਆ ਹੋਇਆ ਸੀ ਖੇਤ ਵੱਲ ਜਾਣ ਲਈ। ਉਸ ਸ਼ਾਮ ਘਰ ਮੁੜਨ ਤੋਂ ਪਹਿਲਾਂ ਨਿੱਕੇ ਨੇ ਡੁੱਬੀ ਜਿਹੀ ਆਵਾਜ਼ ਵਿੱਚ ਦਾਰਾ ਸਿੰਘ ਨੂੰ ਆਖਿਆ, ਚਾਚਾ ਥੋੜੇ ਜਿਹੇ ਪੈਸੇ ਚਾਹੀਦੇ ਸੀ, ਪਾਪਾ ਬਹੁਤਾ ਬਿਮਾਰ ਹੈ, ਪਿੰਡੋਂ ਸਰਦਾ ਨਹੀਂ ਦਿਸਦਾ, ਪੱਟੀ ਲਿਜਾਣਾ ਪੈਣਾ ਲੱਗਦਾ। ਪਲਕ ਲਈ ਦਾਰਾ ਸਿੰਘ ਚੁੱਪ ਰਿਹਾ, ਫਿਰ ਬੋਲਿਆ, ਸਮਝਦਾ ਮੈਂ ਤੇਰੀ ਗੱਲ, ਪਰ ਨਿੱਕਿਆ ਪੈਸੇ ਤਾਂ ਪਹਿਲਾਂ ਹੀ ਬੜੇ ਖੜੇ ਆ ਯਾਰ, ਚੱਲ ਵੇਖਦੇ ਆ। ਉਹਨੇ ਨਾ ਹਾਂ ਕੀਤੀ ਨਾ ਨਾ। ਨਿੱਕਾ ਰੋਟੀ ਵਾਲੀ ਥਾਲੀ ਚੁੱਕ ਕੇ ਚੁੱਪਚਾਪ ਘਰ ਨੂੰ ਤੁਰ ਪਿਆ। ਦਰ ਟੱਪਣ ਵੇਲੇ ਲੋਹੇ ਦਾ ਦਰਵਾਜ਼ਾ ਉਸਨੇ ਆਮ ਨਾਲੋਂ ਵੱਧ ਜ਼ੋਰ ਦੀ ਬੰਦ ਕੀਤਾ। ਠਾਹ ਕਰਦੀ ਆਵਾਜ਼ ਹੋਈ ਤੇ ਉਹ ਬਿਨਾਂ ਪਿੱਛੇ ਝਾਕ ਕੇ ਘਰ ਵਾਲੀ ਗਲੀ ਨੂੰ ਮੁੜ ਪਿਆ। ਘਰ ਵੜਦਿਆਂ ਸਾਰ ਉਹ ਪਹਿਲਾਂ ਪਰਸੂ ਨੂੰ ਦੇਖਣ ਗਿਆ। ਬੁੜੇ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਉਸਨੇ ਹਾਲ ਪੁੱਛਿਆ ਤਾਂ ਪਰਸੂ ਨੇ ਠੰਡਾ ਜਿਹਾ ਹੀ ਜਵਾਬ ਦਿੱਤਾ, ਖਾਣ ਨੂੰ ਲਿਆਵਾਂ ਕੁਝ? ਨਿੱਕੇ ਨੇ ਕੋਲ ਨੂੰ ਹੋ ਕੇ ਪੁੱਛਿਆ। ਆਹੋ, ਖਿਚੜੀ ਬਣੀ ਹੋਣੀ, ਮਾਣੂ ਨੂੰ ਕਹੀਂ ਫੜਾ ਜੂ। ਬੁੜਾ ਹੌਲੀ ਹੌਲੀ ਬੋਲ ਰਿਹਾ ਸੀ। ਹੱਥ ਮੂੰਹ ਧੋ ਕੇ ਨਿੱਕਾ ਰੋਟੀ ਖਾਣ ਬੈਠਾ ਤਾਂ ਉਸਦਾ ਮਨ ਬੁਝਿਆ ਹੋਇਆ ਸੀ। ਬੁਰਕੀ ਮੂੰਹ ਵਿੱਚ ਫੁੱਲਦੀ ਜਾਂਦੀ। ਕੁੜੀਆਂ ਆਪਸ ਵਿੱਚ ਲੜਦੀਆਂ ਝਗੜਦੀਆਂ, ਉਹਨਾਂ ਦਾ ਰੌਲਾ ਨਿੱਕੇ ਦੇ ਸਿਰ ਵਿੱਚ ਹਥੌੜੇ ਵਾਂਗ ਵੱਜਦਾ। ਉਹ ਜਿਵੇਂ ਬੁੰਦਲਿਆ ਜਿਹਾ ਪਿਆ ਸੀ। ਸਾਰਾ ਦਿਨ ਦੇਹ ਵੇਲ ਕੇ ਉਹ ਸਰੀਰਕ ਤੌਰ ਤੇ ਤਾਂ ਥੱਕਦਾ ਹੀ ਸੀ, ਅੱਜ ਉਹ ਦਿਮਾਗੀ ਤੌਰ ਤੇ ਵੀ ਥੱਕਿਆ ਹੋਇਆ ਸੀ। ਘਰੇ ਕਿਹੜੀ ਰਿਪੋਰਟ ਧਰੀ ਪਈ ਸੀ? ਦਾਰਾ ਸਿਉਂ ਨੇ ਸਵੇਰੇ ਲਗਭਗ ਨਾ ਹੀ ਕੀਤੀ ਸੀ। ਦੇਖਣ ਵਾਲਾ ਹੈ ਵੀ ਕੀ ਸੀ ਇਹਦੇ ਵਿੱਚ? ਉਹਦੇ ਪੈਸੇ ਤਾਂ ਹਰ ਸਾਲ ਟੁੱਟਦੇ ਹੁੰਦੇ ਨੇ, ਕਬੀਲਦਾਰੀ ਦੀਆਂ ਨੁਕਰਾਂ 'ਚ ਸਭ ਵੜਦਾ ਜਾਂਦਾ। ਬੁੜੇ ਦੀ ਬਿਮਾਰੀ ਬਾਰੇ ਸੋਚ-ਸੋਚ ਰੋਟੀ ਉਸਦੇ ਹਲਕ 'ਚੋਂ ਹੇਠਾਂ ਨਾ ਜਾਂਦੀ। ਸ਼ਹਿਰ ਜਾਣ ਬਾਰੇ ਸੋਚ ਕੇ ਤਾਂ ਉਸਨੂੰ ਡੋਬੂ ਪੈਂਦੇ। ਅੱਧ ਪਚੱਧ ਰੋਟੀ ਖਾ ਕੇ ਉਹ ਮੁੜ ਬੁੜੇ ਕੋਲ ਗਿਆ। ਉਹ ਵੀ ਖਿਚੜੀ ਖਾਈ ਬੈਠਾ ਸੀ। ਬਿਨ ਕੁਝ ਬੋਲਿਆ ਨਿੱਕਾ ਐਵੇਂ ਹੀ ਬੁੜੇ ਦੇ ਮੰਜੇ ਦੁਆਲੇ ਖੜਾ ਰਿਹਾ। ਫਿਰ ਪਲਕ ਮਗਰੋਂ ਬੈਠ ਗਿਆ ਤੇ ਫਿਰ ਉੱਠ ਕੇ ਬਾਹਰ ਨੂੰ ਤੁਰਨ ਲੱਗਾ। ਕਹਿ ਆਇਆ, ਪਾਪਾ ਲੋੜ ਹੋਈ ਤਾਂ ਹਾਕ ਮਾਰ ਲਈ। ਬਿਸਤਰਾ ਵਿਛਿਆ ਹੋਇਆ ਸੀ। ਉਹ ਆਇਆ ਤੇ ਰਜਾਈ ਲਪੇਟ ਕੇ ਪੈ ਗਿਆ। ਕਿਸੇ ਨਾਲ ਕੋਈ ਗੱਲ ਕੱਥ ਨਹੀਂ ਕੀਤੀ। ਕੁੜੀਆਂ ਅਜੇ ਵੀ ਰੌਲਾ ਪਾ ਰਹੀਆਂ ਸਨ। ਉਸਨੇ ਅੱਜ ਕੁੜੀਆਂ ਨੂੰ ਵੀ ਨਹੀਂ ਸੀ ਝਿੜਕਿਆ। ਉਹ ਤਾਂ ਬਸ ਜਿਵੇਂ ਜਲਦੀ ਤੋਂ ਜਲਦੀ ਸੌਂ ਜਾਣਾ ਚਾਹੁੰਦਾ ਸੀ। ਬੁੜਾ ਰਾਤ ਦਾ ਟਿਕਿਆ ਰਿਹਾ, ਪਰ ਪਾਠੀ ਬੋਲਦਿਆਂ ਸਾਰ ਉਹ ਔਖਾ ਮਹਿਸੂਸ ਕਰਨ ਲੱਗਾ। ਕਦੀ ਬੈਠ ਜਾਏ, ਕਦੀ ਪੈ ਜਾਏ, ਕਦੀ ਕਮਰੇ ਵਿੱਚ ਹੀ 2-4 ਗੇੜੇ ਕੱਢੇ ਤੇ ਫਿਰ ਚੜੇ ਦਮ ਨਾਲ ਮੰਜੇ ਤੇ ਆਣ ਡਿੱਗੇ। ਨਿੱਕੇ ਨੇ ਉਸਨੂੰ ਚਾਹ ਪਿਆਈ। ਠੰਡ ਬਹੁਤ ਸੀ, ਇਸ ਲਈ ਨਿੱਕੇ ਨੇ ਕੋਲਿਆਂ ਵਾਲੀ ਅੰਗੀਠੀ ਮੰਗਾ ਕੇ ਉਸਦੇ ਮੰਜੇ ਕੋਲ ਰੱਖ ਦਿੱਤੀ। ਮੈਂ ਪੱਠੇ ਡੱਕੇ ਦਾ ਘਰ ਆਵਾਂ, ਨਾਲੇ ਦਿਨ ਚੜ ਲੈਂਦੇ, ਫਿਰ ਪੁੱਛਦਾ ਡਾਕਟਰ ਨੂੰ, ਨਹੀਂ ਤਾਂ ਸ਼ਹਿਰ ਦਾ ਵੇਖਦੇ ਆ ਫਿਰ। ਨਿੱਕੇ ਦੇ ਬੋਲਾਂ ਵਿੱਚ ਉਦਾਸੀ ਸੀ। ਉਹ ਬੁੜੇ ਦੀ ਸਵਾਤ ਵਿੱਚੋਂ ਆ ਕੇ ਮੁੜ ਰਜਾਈ ਵਿੱਚ ਵੜ ਗਿਆ।
ਬਾਹਰ ਚਾਨਣ ਹੋ ਰਿਹਾ ਸੀ, ਪਰ ਉਸਦੇ ਅੰਦਰ ਜਿਵੇਂ ਕੋਈ ਹਨੇਰਾ ਉਤਰਦਾ ਜਾ ਰਿਹਾ ਹੋਵੇ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਮੁੜ ਦਾਰਾ ਸਿਉਂ ਨਾਲ ਪੈਸਿਆਂ ਦੀ ਗੱਲ ਕਿਵੇਂ ਕਰੇ। ਪੈਸੇ ਬਿਨ ਬੁੜੇ ਨੂੰ ਸ਼ਹਿਰ ਕਿਵੇਂ ਲਿਜਾਵੇ? ਯਾਰ ਬੁੜੇ ਨੂੰ ਕੀ ਪਈ ਸੀ ਬਿਮਾਰ ਹੋਣ ਦੀ? ਉਸਨੇ ਖੁਦ ਨੂੰ ਆਖਿਆ ਤੇ ਫਿਰ ਖੁਦ ਹੀ ਇਸ ਗੱਲ ਤੋਂ ਸ਼ਰਮਿੰਦਗੀ ਮਹਿਸੂਸ ਕੀਤੀ। ਬਿਮਾਰ ਹੋਣਾ ਹੱਥ ਵੱਸ ਹੁੰਦਾ ਕਿਸੇ ਦੇ? ਉਹ ਜਿਵੇਂ ਅਸਹਿਜ ਜਿਹਾ ਸੀ। ਘਰ ਵਾਲੀ ਚਾਹ ਲੈ ਕੇ ਆਈ। ਉਸਨੇ ਬਸ ਚਾਹ ਅੰਦਰ ਸੁੱਟਣ ਦੀ ਕੀਤੀ। ਖਾਲੀ ਜੀਆਂ ਨਜ਼ਰਾਂ ਨਾਲ ਕਮਰੇ ਦੇ ਬਾਲਿਆਂ ਨੂੰ ਘੂਰਦਾ ਰਿਹਾ। ਉੱਠਿਆ ਤੇ ਜੁੱਤੀ ਪਾ ਕੇ ਬਾਹਰ ਨੂੰ ਤੁਰ ਪਿਆ। ਉਧਰੇ ਚੱਲਿਆ ਮੈਂ, ਕੰਮ ਧੰਦਾ ਨਿਬੇੜਾ ਵਾਂ, ਫੇਰ ਜੇ ਸ਼ਹਿਰ ਜਾਣਾ ਪਿਆ ਤਾਂ। ਉਸਨੇ ਤੁਰਦੇ ਤੁਰਦੇ ਘਰ ਵਾਲੀ ਨੂੰ ਆਖਿਆ ਤੇ ਵਿਹੜੇ ਵਿੱਚੋਂ ਨਿਕਲ ਕੇ ਵੱਡੇ ਖੂਹ ਵਾਲੇ ਰਾਹ ਨੂੰ ਪੈ ਗਿਆ। ਉਸਦੇ ਕਦਮਾਂ ਵਿੱਚ ਇੱਕ ਅਜੀਬ ਜਿਹੀ ਕਾਹਲ ਸੀ। ਨਿੱਕੇ ਨੇ ਪਸ਼ੂਆਂ ਨੂੰ ਪੱਠੇ ਪਾਏ ਤੇ ਬੇਮਤਲਬ ਹੀ ਇੱਧਰ ਉੱਧਰ ਹੱਥ ਜੇ ਮਾਰਦਾ ਫਿਰਦਾ ਰਿਹਾ। ਚਾਚੀ ਬਚਨੀ ਨੇ ਚਾਹ ਲਈ ਹਾਕ ਮਾਰੀ ਤਾਂ ਉਸਦੀ ਸੁਰਤੀ ਟੁੱਟੀ। ਚਾਹ ਪੀ ਕੇ ਉਸਨੇ ਗੱਡਾ ਜੋੜ ਲਿਆ। ਬਰਾਂਡੇ ਵਿੱਚ ਬੈਠਾ ਦਾਰਾ ਸਿਉਂ ਉਸਨੂੰ ਵੇਖ ਰਿਹਾ ਸੀ। ਨਿੱਕਿਆ, ਕੀ ਹੋ ਗਿਆ ਤੈਨੂੰ? ਝੋਟੇ ਨੇ ਅਜੇ ਪੱਠੇ ਨਹੀਂ ਖਾਦੇ ਤੇ ਤੂੰ ਗੱਡੇ ਥੱਲੇ ਵੀ ਜੁਪਤਾ। ਨਾਲੇ ਮੀਂਹ ਵਾਂਗੂ ਧੁੰਦ ਗਿਰੀ ਜਾਂਦੀ। ਪੱਠੇ ਲੈਣ ਹੁਣੇ ਜਾਣਾ? ਸਾਰਾ ਦਿਨ ਪਿਆ। ਜਾਂ ਪਹਿਲਾਂ ਚੱਕੀ ਤੋਂ ਗੰਢ ਚੁੱਕ ਲਿਆ। ਨਿੱਕਾ ਕੱਚਾ ਜਿਹਾ ਹੋ ਗਿਆ। ਝੋਟੇ ਨੂੰ ਮੁੜ ਖੁਰਲੀ ਤੇ ਬੰਨ। ਉਹਨੇ ਸਾਈਕਲ ਫੜਿਆ ਤੇ ਚੱਕੀ ਵੱਲ ਨੂੰ ਤੁਰ ਪਿਆ। ਜਾਂਦੇ ਜਾਂਦੇ ਮਨ ਵਿੱਚ ਕੁਝ ਆਇਆ। ਉਹਨੇ ਸਾਈਕਲ ਮੁੜ ਆਪਣੇ ਵਿਹੜੇ ਵੱਲ ਨੂੰ ਮੋੜ ਲਿਆ। ਘਰ ਜਾ ਕੇ ਉਹ ਬੁੜੇ ਨੂੰ ਦੇਖਣ ਲਈ ਉਹਦੀ ਸਬਾਤ ਵਿੱਚ ਚਲਾ ਗਿਆ। ਕਿਵੇਂ ਆ ਹੁਣ ਪਾਪਾ? ਉਹਨੇ ਖੜੇ ਖਲੋਤੇ ਨੇ ਹੀ ਪੁੱਛ ਲਿਆ। ਪਰਸੋਂ ਕੰਧ ਵੱਲ ਮੂੰਹ ਕਰਕੇ ਪਿਆ ਹੋਇਆ ਸੀ। ਯਾਰ ਪਿਸ਼ਾਬ ਨਹੀਂ ਆਇਆ ਅੱਧੀ ਕੁ ਰਾਤੋਂ ਬਾਅਦ। ਮੈਂ ਤਾਂ ਕਿਹਾ ਉਹੀ ਨਹੀਂ ਆਇਆ, ਪਰ ਬੜਾ ਟਾਈਮ ਹੋ ਗਿਆ। ਠੰਡ ਆ, ਅੱਗੇ ਤਾਂ ਮਿੰਟ ਮਿੰਟ ਬਾਅਦ ਆਈ ਜਾਂਦਾ। ਹੁਣ ਤਾਂ ਜਾਪਦਾ ਹੀ ਨਹੀਂ ਕੁਛ ਬਈ ਪਿਸ਼ਾਬ ਕਰਨਾ। ਨਿੱਕੇ ਨੂੰ ਨਵਾਂ ਫਿਕਰ ਪੈ ਗਿਆ। ਤੂੰ ਰੋਟੀ ਖਾ ਬੁਰਕੀ, ਮੈਂ ਪੱਠੇ ਵੱਢ ਲਿਆਵਾਂ, ਸ਼ਹਿਰ ਜਾਂਦੇ ਆ। ਨਿੱਕੇ ਨੂੰ ਲੱਗਿਆ ਹੁਣ ਹਸਪਤਾਲ ਜਾਏ ਬਿਨਾਂ ਨਹੀਂ ਸਰਨਾ। ਉਹਨੇ ਚੱਕੀ ਤੋਂ ਗੰਢ ਚੁੱਕੀ, ਘਰ ਛੱਡੀ, ਪੱਠੇ ਲਿਆਂਦੇ। ਰੋਟੀ ਪੱਕਦੀ ਪਈ ਸੀ। ਸਾਗ ਨਾਲ ਮੱਕੀ ਦੀਆਂ ਰੋਟੀਆਂ ਅੰਦਰ ਸੁੱਟੀਆਂ ਤੇ ਚੱਕਦੇ ਜਿਹੇ ਦਾਰਾ ਸਿਉਂ ਨੂੰ ਫੇਰ ਪੈਸਿਆਂ ਬਾਰੇ ਪੁੱਛਿਆ। ਚਾਚਾ, ਕਰਦੇ ਕੋਈ ਹਿੱਲਾ? ਅੱਜ ਨਹੀਂ ਸਰਦਾ, ਪਾਪੇ ਨੂੰ ਕਰਾਉਣਾ ਪੈਣਾ ਦਾਖਲ। ਨਿੱਕੇ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਸੈੱਲ ਉਤਰ ਆਈ। ਯਾਰ ਪੈਸਿਆਂ ਦਾ ਸੱਚੀ ਬੜਾ ਔਖਾ ਈ, ਤੈਨੂੰ ਨਾ ਥੋੜਾ ਕਰਨੇ ਸੀ। ਦਾਰਾ ਸਿਉਂ ਨੇ ਸਾਫ਼ ਸ਼ਬਦਾਂ ਵਿੱਚ ਨਾ ਕਰ ਦਿੱਤੀ। ਨਿੱਕੇ ਦਾ ਮਨ ਇੱਕ ਵਾਰ ਡੁੱਬ ਜਿਹਾ ਗਿਆ। ਪੈਸਿਆਂ ਬਿਨਾਂ ਤਾਂ ਗੱਲ ਨਹੀਂ ਬਣਨੀ ਚਾਚਾ, ਕਿਵੇਂ ਵੀ ਕਰ, ਬੁੜੇ ਘਰੇ ਪਏ ਮਰ ਜਾਣਾ। ਉਹਦੀ ਆਵਾਜ਼ ਡੁੱਬਣ ਲੱਗੀ। ਦਾਰਾ ਸਿਉਂ ਕੁਝ ਪਲ ਚੁੱਪ ਰਿਹਾ। ਨਿੱਕਿਆ, ਘਰੋਂ ਤਾਂ ਕੁਝ ਨਹੀਂ ਹੋ ਸਰਨਾ। ਕਹਿੰਦਾ ਤਾਂ ਫੜ ਜ਼ਰੂਰ ਦਿਨਾ ਕਿਸੇ ਪਾਸਿਓਂ, ਵਿਆਜ ਲਊ ਪਰ ਅਗਲਾ ਤਾਂ। ਨਿੱਕਾ ਸਭ ਸਮਝਦਾ ਸੀ। ਪਾਪਾ ਇਹਨਾਂ ਜੱਟਾਂ ਲਈ ਮਰ ਮਰ ਜਾਂਦਾ ਸੀ। ਉਹਨੇ ਮਨ ਵਿੱਚ ਸੋਚਿਆ। ਕਰਦੇ ਪਤਾ ਚਾਚਾ, ਹੁਣ ਵੇਲਾ ਤਾਂ ਤੂੰ ਹੀ ਸਾਰਨਾ। ਉਹ ਬੁਝੇ ਜੇ ਮਨ ਨਾਲ ਆਖਿਆ। ਕੋਈ ਚੀਜ਼ ਵੀ ਰੱਖਣੀ ਪੈਣੀ, ਤੈਨੂੰ ਪਤਾ ਉਂਝ ਕੌਣ ਦਿੰਦਾ ਪੈਸੇ? ਨਿੱਕਾ ਕੁਝ ਨਹੀਂ ਬੋਲਿਆ। ਆਉਂਦਾ ਮੈਂ ਘਰੋਂ ਹੋ ਕੇ। ਗੇਟ ਟੱਪ ਕੇ ਉਹ ਸੱਤਹੀਣ ਦੇਹ ਨੂੰ ਲੈ ਕੇ ਘਰ ਚਲਾ ਗਿਆ। ਉਹਦੀ ਘਰ ਵਾਲੀ ਖੁਰੇ ਅੱਗੇ ਬੈਠੀ ਭਾਂਡੇ ਧੋ ਰਹੀ ਸੀ। ਆ ਕਰਕੇ ਵਾਲੀਆਂ ਕੱਢ ਕੇ ਦੇਈਆਂ ਆਪਣੀਆਂ। ਨਿੱਕੇ ਨੇ ਬਿਨਾਂ ਕਿਸੇ ਭੂਮਿਕਾ ਦੇ ਸਿੱਧਾ ਹੀ ਆਖ ਦਿੱਤਾ। ਘਰ ਵਾਲੀ ਨੇ ਵੀ ਕੁਝ ਨਹੀਂ ਪੁੱਛਿਆ। ਇਹੋ ਇੱਕ ਵਾਲੀਆਂ ਦਾ ਜੋੜਾ ਹੀ ਤਾਂ ਸੀ ਉਹਦੇ ਕੋਲ। ਵਿਆਹ ਮੌਕੇ ਉਹਦੇ ਪੇਕਿਆਂ ਪਾਇਆ ਸੀ ਤੇ ਹਰ ਤੱਤੀ ਠੰਡੀ ਰੁੱਤੇ ਉਹਨੇ ਇਹ ਵਾਲੀਆਂ ਬਚਾ ਕੇ ਵੀ ਰੱਖੀਆਂ ਸਨ। ਭਾਂਡੇ ਧੋ ਕੇ ਉਹਨੇ ਵਾਲੀਆਂ ਪੇਟੀ ਵਿੱਚੋਂ ਕੱਢ ਕੇ ਨਿੱਕੇ ਦੀ ਤਲੀ ਤੇ ਧਰ ਦਿੱਤੀਆਂ। ਦੋਵੇਂ ਜੀ ਉਦਾਸ ਵੀ ਹੋਏ। ਬੋਲੇ ਤਾਂ ਕੁਝ ਨਾ, ਪਰ ਚੁੱਪ ਵਿੱਚ ਬਹੁਤ ਕੁਝ ਸੀ ਜੋ ਉਹ ਇੱਕ ਦੂਜੇ ਦਾ ਸਮਝਦੇ ਸਨ। ਵਾਲੀਆਂ ਗਹਿਣੇ ਧਰ ਕੇ ਨਿੱਕਾ ਪੈਸੇ ਜੇਬ ਵਿੱਚ ਪਾ ਕੇ ਘਰ ਆ ਗਿਆ। ਆਉਂਦੇ ਹੋਏ ਉਹਨੇ ਪਿੰਡੋਂ ਰਾਮੇ ਫੌਜੀ ਨੂੰ ਗੱਡੀ ਦਾ ਵੀ ਆਖ ਦਿੱਤਾ। ਬੁੜੇ ਦੇ ਕੱਪੜੇ ਬਦਲੇ, ਗਵਾਂਢੋਂ ਕਿਸੇ ਮੁੰਡੇ ਨੂੰ ਹਾਕ ਮਾਰੀ ਤੇ ਖਿੱਚ ਧੂ ਕੇ ਬੁੜੇ ਨੂੰ ਗੱਡੀ ਵਿੱਚ ਬਿਠਾ ਲਿਆ। ਉਹਨੂੰ ਬੜਾ ਖਿੱਚਵਾਂ ਜਿਹਾ ਸਾਹ ਆਉਂਦਾ। ਹਿੱਕ ਇਉਂ ਵੱਜਦੀ ਜਿਵੇਂ ਮੀਲਾਂ ਲੰਬੀ ਰੇਸ ਲਗਾ ਕੇ ਮੁੜਿਆ ਹੋਵੇ। ਉਹਨੇ ਪਰਸੋਂ ਨੂੰ ਜਾ ਕੇ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ। ਨਰਸ ਫਾਈਲ ਜਿਹੀ ਭਰ ਕੇ
ਤੇ ਕੋਈ ਟੀਕਾ ਲਗਾ ਕੇ ਚਲੀ ਗਈ, ਪਰ ਕੋਈ ਡਾਕਟਰ ਨਹੀਂ ਸੀ ਆਇਆ। ਪਰਸੋਂ ਦੀ ਹਾਲਤ ਉਸੇ ਤਰ੍ਹਾਂ ਸੀ। ਨਿੱਕਾ ਬੌਂਦਲਿਆ ਜਿਹਾ ਹਸਪਤਾਲ ਵਿੱਚ ਫਿਰਦਾ। ਕਦੇ ਕਦੇ ਨਰਸ ਨੂੰ ਜਾ ਕੇ ਡਾਕਟਰ ਬਾਰੇ ਪੁੱਛ ਆਉਂਦਾ। ਉਹ ਨਾ ਵਿੱਚ ਸਿਰ ਮਾਰ ਦਿੰਦੀ। ਹਸਪਤਾਲ ਦੇ ਬੈੱਡ ਤੇ ਪਿਆ ਪਰਸੂ ਔਖੇ ਔਖੇ ਸਾਹ ਲੈਂਦਾ। 12 ਵਜੇ ਢਿੱਲੀ ਜਿਹੀ ਪੱਗ ਵਾਲਾ ਮਧਰਾ ਜਿਹਾ ਡਾਕਟਰ ਆਇਆ। ਉਹਨੇ ਨਿੱਕੇ ਨੂੰ ਬੁੜੇ ਦੀ ਸਿਹਤ ਬਾਰੇ ਕਈ ਗੱਲਾਂ ਪੁੱਛੀਆਂ ਤੇ ਫਿਰ ਕੁਝ ਟੈਸਟ ਲਿਖ ਕੇ ਪਰਚੀ ਉਹਦੇ ਹੱਥ ਫੜਾ ਦਿੱਤੀ। ਨਰਸ ਨੇ ਨਿੱਕੇ ਨੂੰ ਸਮਝਾ ਦਿੱਤਾ ਕਿ ਉਹ ਪਹਿਲਾਂ ਬਾਹਰੋਂ ਟੈਸਟਾਂ ਦੀ ਪਰਚੀ ਕਟਵਾ ਕੇ ਲੈਬ ਵਿੱਚ ਜਾਵੇ, ਫੇਰ ਮਰੀਜ਼ ਦੇ ਟੈਸਟ ਹੋਣਗੇ। ਨਿੱਕੇ ਫੀਸ ਭਰ ਕੇ ਪਰਚੀ ਲੈਬ ਵਾਲੇ ਮੁੰਡੇ ਨੂੰ ਫੜਾਈ। ਉਹ ਨਿੱਕੇ ਦੇ ਨਾਲ ਆ ਕੇ ਬੁੜੇ ਦਾ ਖੂਨ ਕੱਢ ਕੇ ਲੈ ਗਿਆ ਤੇ ਨਾਲੇ ਦੱਸ ਗਿਆ ਕਿ ਉਹ 2 ਘੰਟਿਆਂ ਤੱਕ ਰਿਪੋਰਟ ਦਾ ਪਤਾ ਕਰ ਲਵੇ। 2 ਘੰਟੇ ਬੁੜਾ ਤੇ ਨਿੱਕਾ ਚੁੱਪ-ਚਾਪ ਬੈਠੇ ਰਹੇ। ਦੋਨਾਂ ਵਿਚਾਲੇ ਇੱਕ ਵੀ ਸ਼ਬਦ ਸਾਂਝਾ ਨਾ ਹੋਇਆ। ਕਦੇ-ਕਦੇ ਨਿੱਕਾ ਉੱਠ ਕੇ ਬਾਹਰ ਚਲੇ ਜਾਂਦਾ। ਬਰਾਂਡੇ ਵਿੱਚ 2-4 ਗੇੜੇ ਕੱਢ ਆਉਂਦਾ। ਉਹਨੂੰ ਭੁੱਖ ਵੀ ਲੱਗੀ ਹੋਈ ਸੀ, ਪਰ ਉਹ ਬੁੜੇ ਨੂੰ ਛੱਡ ਕੇ ਰੋਟੀ ਖਾਣ ਵੀ ਕਿੱਥੇ ਜਾਂਦਾ। ਲੈਬ ਵਿੱਚੋਂ ਰਿਪੋਰਟ ਲੈ ਕੇ ਉਹ ਨਰਸ ਦੇ ਕਮਰੇ ਵਿੱਚ ਗਿਆ। ਆਉਂਦੇ ਡਾਕਟਰ ਸਾਹਿਬ, ਤਾਂ ਦਿਖਾ ਦਿੰਨੀ ਆ, ਨਰਸ ਅੱਕਿਆ ਜਿਹਾ ਬੋਲੀ। ਨਿੱਕਾ ਚੁੱਪ-ਚਾਪ ਬਾਹਰ ਆ ਗਿਆ। 4 ਵਜੇ ਡਾਕਟਰ ਫੇਰ ਆਇਆ। ਰਿਪੋਰਟ ਉਹਨੇ ਵੇਖ ਲਈ ਸੀ। ਕਾਕਾ, ਬਾਪੂ ਦੇ ਗੁਰਦਿਆਂ 'ਚ ਨੁਕਸ ਆ, ਦਵਾਈ ਮੈਂ ਲਿਖ ਦਿੰਦਾ, ਬਾਹਰੋਂ ਲੈ ਆ। ਪਿਸ਼ਾਬ ਵਾਲੀ ਨਾਲੀ ਲਾ ਕੇ 24 ਘੰਟੇ ਵੇਖਦੇ ਆ, ਅਗਲੀ ਗੱਲ ਫੇਰ ਪਤਾ ਲੱਗੂ। ਨਿੱਕਾ ਡੌਰ ਭੌਰ ਜਿਹਾ ਝਾਕਦਾ ਰਿਹਾ। ਉਹਦੇ ਕੋਲੋਂ ਕੁਝ ਬੋਲਿਆ ਹੀ ਨਾ ਗਿਆ। ਡਾਕਟਰ ਕੋਲੋਂ ਪਰਚੀ ਲੈ ਕੇ ਉਹ ਬਾਹਰ ਨੂੰ ਤੁਰ ਪਿਆ। ਸਾਲੇ ਪਰਚੀ ਦੇ, ਦਵਾਈ ਬਾਹਰੋਂ ਲਿਆਉਣੀ ਆ ਤਾਂ ਸਰਕਾਰੀ ਹਸਪਤਾਲ ਛਿੱਕੂ ਦਾ। ਮਨ ਵਿੱਚ ਕੁੜਦਾ ਉਹ ਹਸਪਤਾਲ ਦੇ ਸਾਹਮਣੇ ਸੜਕੋਂ ਪਾਰ ਵਾਲੀਆਂ ਦੁਕਾਨਾਂ ਤੇ ਚਲਾ ਗਿਆ। ਨਾਲੀ ਲੱਗੀ ਤੋਂ ਵੀ ਬੁੜੇ ਨੂੰ ਪਿਸ਼ਾਬ ਨਾ ਆਇਆ। ਸਾਰੀ ਰਾਤ ਗਲੂਕੋਜ਼ ਦੀਆਂ ਬੋਤਲਾਂ ਚੜ੍ਹਦੀਆਂ ਰਹੀਆਂ। ਛੋਟਾ ਪ੍ਰਾਹੁਣਾ ਸ਼ਾਮੀ ਜਿਹੀ ਨਿੱਕੇ ਕੋਲ ਆ ਗਿਆ ਸੀ। ਦੋਵੇਂ ਸਾਲਾ ਬਣਵਈਆ ਸਾਰੀ ਰਾਤ ਇੱਕੋ ਬੈੱਡ ਤੇ ਉਸਲਵੱਟੇ ਲੈਂਦੇ ਰਹੇ। ਸਵੇਰੇ ਬੁੜੇ ਦੀ ਹਾਲਤ ਹੋਰ ਖਰਾਬ ਹੋ ਗਈ। ਨਰਸ ਆਈ ਤੇ ਬੋਤਲ ਵਿੱਚ ਟੀਕੇ ਪਾ ਕੇ ਚਲੀ ਗਈ। ਡਾਕਟਰ 11 ਵਜੇ ਆਇਆ। ਉਹਨੇ ਬੁੜੇ ਨੂੰ ਵੇਖ ਕੇ ਨਰਸ ਕੋਲੋਂ ਸਾਰਾ ਕੁਝ ਪੁੱਛ ਕੇ ਨਿੱਕੇ ਨੂੰ ਕਮਰੇ ਵਿੱਚ ਬੁਲਾ ਲਿਆ। ਕਾਕਾ, ਗੁਰਦੇ ਕੰਮ ਨਹੀਂ ਕਰਦੇ ਬਾਪੂ ਦੇ। ਹੁਣ ਤਾਂ ਇੱਕੋ ਹੱਲ ਬਚਦਾ ਬਈ ਡਾਇਲਸਿਸ ਕਰਾਓ। ਉਹ ਕੀ ਹੁੰਦਾ ਜੀ? ਨਿੱਕਾ ਮਰੀ ਜੀ ਆਵਾਜ਼ ਵਿੱਚ ਬੋਲਿਆ। ਡਾਕਟਰ ਨੇ ਸੌਖੇ ਤਰੀਕੇ ਨਾਲ ਸਾਰਾ ਕੁਝ ਸਮਝਾ ਦਿੱਤਾ ਤੇ ਨਾਲ ਹੀ ਆਖ ਦਿੱਤਾ ਕਿ ਕਿਸੇ ਪ੍ਰਾਈਵੇਟ ਹਸਪਤਾਲ ਜਾਓ, ਇੱਥੇ ਇਲਾਜ ਨਹੀਂ ਹੋ ਸਕਦਾ। ਉਹ ਘੜੀ ਨਿੱਕੇ ਲਈ ਸਭ ਤੋਂ ਵੱਧ ਔਖੀ ਸੀ। ਪਿੰਡੋਂ ਵਿਆਜ ਤੇ ਫੜ ਕੇ ਲਿਆਂਦੇ ਪੈਸੇ ਤਾਂ ਲਗਭਗ ਖਰਚੇ ਗਏ ਸਨ। ਕਿਸੇ ਪ੍ਰਾਈਵੇਟ ਹਸਪਤਾਲ ਜਾਣ ਦੇ ਨਾਮ ਤੇ ਉਹਨੂੰ ਤਰੇਲੀ ਆ ਗਈ। ਬੜਾ ਬੇਸੁਰਤੀ ਜੀ ਵਿੱਚ ਸੀ। ਉਹਨਾਂ ਦੇ ਜੱਕ ਤੱਕ ਕਰਦਿਆਂ ਨੂੰ ਵੱਡੀ ਕੁੜੀ ਤੇ ਪ੍ਰਾਹੁਣਾ ਵੀ ਆ ਗਏ। ਭੈਣ ਨੇ ਪਾਸੇ ਲਿਜਾ ਕੇ ਨਿੱਕੇ ਨੂੰ ਕੁਝ ਪੈਸੇ ਫੜਾਏ। ਆ ਲੈ, ਵੇਲਾ ਸਾਰ ਹੁਣ। ਪੈਸੇ ਵੇਖ ਨਿੱਕੇ ਨੂੰ ਸੁੱਖ ਦਾ ਸਾਹ ਆਇਆ। ਸਲਾਹ ਮਸ਼ਵਰਾ ਕਰਕੇ ਉਹਨਾਂ ਗੱਡੀ ਮੰਗਵਾਈ ਤੇ ਬੁੜੇ ਨੂੰ ਕਿਸੇ ਛੋਟੇ ਜਿਹੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਏ। ਉੱਥੇ ਬੁੜੇ ਦਾ ਡਾਇਲਸਿਸ ਹੋਇਆ। ਡਾਇਲਸਿਸ ਮਗਰੋਂ ਬੁੜੇ ਨੂੰ ਸੁਰਤ ਜੀ ਆ ਗਈ। ਸਾਹ ਸੌਖਾ ਹੋ ਗਿਆ। ਉਹ ਗੱਲਾਂ ਮਾਰਨ ਲੱਗਾ। ਡਾਕਟਰ ਨੇ ਨਿੱਕੇ ਨੂੰ ਬੁਲਾਇਆ। ਵੇਖੋ ਜੀ, ਮਰੀਜ਼ ਤੁਹਾਡਾ ਹੁਣ ਡਾਇਲਸਿਸ ਦੇ ਸਿਰ ਤੇ ਹੀ ਜੀ ਸਕਦਾ, ਜਿੰਨਾ ਵੀ ਜੀਵੇ। ਅੱਜ ਦਾ ਦਿਨ ਅਸੀਂ ਰੱਖਾਂਗੇ, ਕੱਲ ਦੁਪਹਿਰੇ ਇੱਕ ਹੋਰ ਡਾਇਲਸਿਸ ਕਰਕੇ ਛੁੱਟੀ ਦੇ ਦਿਆਂਗੇ। ਹਫ਼ਤੇ ਵਿੱਚ 2 ਵਾਰ ਡਾਇਲਸਿਸ ਕਰਾਉਣ ਆਉਣਾ ਪੈਣਾ ਤੁਹਾਨੂੰ। 2 ਵਾਰ ਜੀ? ਇਹ ਕੀ ਚੱਕਰ ਜੀ? ਨਿੱਕੇ ਦੀ ਸਮਝੋਂ ਬਾਹਰ ਸੀ ਸਾਰਾ ਕੁਝ। ਬਸ ਸਿੱਧੀ ਭਾਸ਼ਾ ਵਿੱਚ ਕਹਿ ਲਓ ਜੀ ਕਿ ਜੇ ਅੰਦਰ ਵਾਲੀ ਮਸ਼ੀਨ ਸਰੀਰ ਦੀ ਸਫਾਈ ਨਹੀਂ ਕਰਦੀ ਤਾਂ ਇਉਂ ਬਾਹਰੋਂ ਕਰਾਉਣੀ ਪਿਆ ਕਰਨੀ। ਹੋਰ ਕੋਈ ਰਾਹ ਹੈ ਹੀ ਨਹੀਂ। ਨਿੱਕਾ ਪਰੇਸ਼ਾਨ ਹੋ ਗਿਆ। ਹਫ਼ਤੇ ਵਿੱਚ 2 ਵਾਰ ਸ਼ਹਿਰ ਆਉਣ ਵਾਲੀ ਗੱਲ ਤਾਂ ਹੋਰ ਵੀ ਵੱਧ ਪਰੇਸ਼ਾਨੀ ਵਾਲੀ ਸੀ। ਉਹਨੂੰ ਖਿਆਲ ਆਇਆ, ਪਿੱਛੇ ਦਾਰਾ ਸਿਉਂ ਤਾਂ ਪਹਿਲਾਂ ਹੀ ਉਹਦੀ ਧੀ ਭੈਣ ਇੱਕ ਕਰ ਰਿਹਾ ਹੋਣਾ। ਲੋਕ ਦੂਜੇ ਦੀ ਮਜਬੂਰੀ ਨੂੰ ਥੋੜਾ ਦੇਖਦੇ ਆ। ਉਹ ਅੰਦਰ ਆਇਆ। ਮਨ ਵਿੱਚ ਅਚਵੀ ਜਿਹੀ ਸੀ। ਉਹਨੇ ਵੱਡੇ ਪ੍ਰਾਹੁਣੇ ਨੂੰ ਪੁੱਛਿਆ ਕਿ ਜੇ ਉਹ ਪਾਪੇ ਕੋਲ ਰਾਤ ਰੁਕ ਜਾਏ ਤਾਂ ਮੈਂ ਪਿੰਡ ਚਲਿਆ ਜਾਵਾਂ। ਕੰਮ ਵਾਲਿਆਂ ਦਾ ਔਖਾ, ਐਵੇਂ ਰੌਲਾ ਪਾਉਣਗੇ। ਪ੍ਰਾਹੁਣੇ ਰਾਤ ਰੁਕਣ ਦੀ ਹਾਮੀ ਭਰੀ ਤੇ ਨਿੱਕਾ ਅਗਲੇ ਦਿਨ ਦੁਪਹਿਰ ਤੋਂ ਪਹਿਲਾਂ ਮੁੜਨ ਦਾ ਵਾਅਦਾ ਕਰਕੇ ਬੱਸ ਅੱਡੇ ਨੂੰ ਤੁਰ ਪਿਆ।
ਬੱਸ ਵਿੱਚ ਬੈਠਾ ਨਿੱਕਾ ਜੋੜ ਘਟਾਊ ਵਿੱਚ ਉਲਝਿਆ ਪਿਆ ਸੀ। ਡਰਾਈਵਰ ਨੇ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸੀ, ਪਰ ਨਿੱਕੇ ਦੀ ਸੁਰਤੀ ਇਸ ਕਦਰ ਖਿੰਡੀ ਹੋਈ ਸੀ ਕਿ ਉਹਨੂੰ ਗੀਤ ਦਾ ਕੋਈ ਵੀ ਸ਼ਬਦ ਸਮਝ ਨਹੀਂ ਸੀ ਆ ਰਿਹਾ। ਹਫ਼ਤੇ ਵਿੱਚ 2 ਵਾਰ ਬੁੜੇ ਨੂੰ ਸ਼ਹਿਰ ਲੈ ਕੇ ਆਉਣ ਲਈ ਪੈਸੇ ਵੀ ਤਾਂ ਚਾਹੀਦੇ ਨੇ। ਪੈਸਿਆਂ ਬਾਰੇ ਸੋਚ ਕੇ ਉਸ ਦਾ ਮਨ ਉਖੜ ਜਿਹਾ ਗਿਆ। ਗਰੀਬ ਬੰਦਾ ਤਾਂ ਬਿਮਾਰ ਹੀ ਨਹੀਂ ਹੋਣਾ ਚਾਹੀਦਾ, ਉਹ ਬੜਬੜਾਇਆ। ਉੱਤੋਂ ਦਾਰੇ ਨੇ ਜਾਨ ਨਹੀਂ ਛੱਡਣੀ। ਉਹਨੂੰ ਫਿਕਰ ਹੋਇਆ। ਉਹ ਬਾਰੀ ਵਿੱਚ ਦੀ ਬਾਹਰ ਝਾਕਣ ਲੱਗਾ। ਮਰੀ ਜਿਹੀ ਧੁੱਪ ਨਿਕਲੀ ਹੋਈ ਸੀ। ਉਸ ਦੀਆਂ ਅੱਖਾਂ ਵਿੱਚ ਨੀਂਦ ਉਤਰਨ ਲੱਗੀ। ਝੋਕ ਜਿਹੀ ਲੱਗਦੀ ਤੇ ਸਿਰ ਅਗਲੀ ਸੀਟ ਨਾਲ ਵੱਜਦਾ। 2 ਕੁ ਵਾਰ ਇੰਜ ਹੋਇਆ। ਉਹਨੇ ਅੱਖਾਂ ਮਲੀਆਂ, ਲੋਹੀ ਦੀ ਬੁੱਕਲ ਸਹੀ ਕੀਤੀ ਤੇ ਸਿੱਧਾ ਹੋ ਕੇ ਬੈਠ ਗਿਆ। 2 ਕੁ ਅੱਡੇ ਟੱਪ ਕੇ ਉਹਦਾ ਪਿੰਡ ਆਉਣ ਵਾਲਾ ਸੀ। ਬੱਸ ਵਿੱਚ ਬਹੁਤੀਆਂ ਸਵਾਰੀਆਂ ਨਹੀਂ ਸੀ। ਜਦੋਂ ਉਹ ਅੱਡੇ ਤੇ ਉਤਰਿਆ, ਬੱਦਲਾਂ ਨੇ ਸੂਰਜ ਨੂੰ ਲੁਕੋ ਲਿਆ ਸੀ। ਦਿਨ ਫੇਰ ਕਸਮੈਲਾ ਜਿਹਾ ਹੋ ਗਿਆ। ਉਹ ਖਾਲੀ ਜਿਹਾ ਮਹਿਸੂਸ ਕਰਦਾ ਘਰ ਨੂੰ ਤੁਰ ਪਿਆ। ਇੱਕ ਪਲ ਲਈ ਉਸ ਨੂੰ ਲੱਗਿਆ ਉਹ ਜਿਵੇਂ ਆਪਣੇ ਘਰ ਦਾ ਰਾਹ ਭੁੱਲ ਗਿਆ ਹੋਵੇ। ਉਹ ਕੋਈ ਬਿਨ ਸਿਰਨਾਵਾ ਬੰਦਾ ਬਣ ਗਿਆ ਹੋਵੇ। ਘਰ ਜਾਣ ਦੀ ਥਾਂ ਨਿੱਕਾ ਦਾਰਾ ਸਿਉਂ ਵੱਲ ਚਲਾ ਗਿਆ। ਦਾਰਾ ਸਿਉਂ ਆਪ ਤਾਂ ਘਰ ਨਹੀਂ ਸੀ। ਬਚਨ ਕੌਰ ਚੁੱਲ੍ਹੇ ਅੱਗੇ ਬੈਠੀ ਅੰਨ ਪਾਣੀ ਦਾ ਆਹਰ ਕਰਦੀ ਪਈ ਸੀ। ਪਸ਼ੂ ਖੁਰਲੀਆਂ ਵਿੱਚ ਮੂੰਹ ਮਾਰਦੇ ਪਏ ਸੀ। ਨਿੱਕਿਆ, ਭਾਈ ਕਿਵੇਂ ਹੁਣ ਪਾਪਾ ਤੇਰਾ? ਠੀਕ ਆ ਚਾਚੀ, ਕੱਲ ਮਿਲੂ ਛੁੱਟੀ। ਚੱਲ ਚੰਗਾ, ਰਾਜੀ ਰਵੇ ਜੀਆਂ 'ਚ। ਤੂੰ ਹੁਣੇ ਆਇਆ ਫਿਰ ਸ਼ਹਿਰੋਂ? ਮੈਂ ਤਾਂ ਚਾਚੀ ਬੱਸੋਂ ਉਤਰ ਕੇ ਇੱਧਰ ਨੂੰ ਹੀ ਆ ਗਿਆ। ਚੱਲ ਮੇਰਾ ਪੁੱਤ ਆ ਗਿਆ ਤਾਂ ਬਾਹਰੋਂ ਬਰਾਂਡੇ 'ਚੋਂ ਆ ਬਾਲਟਾ ਪਾਥੀਆਂ ਦਾ ਭਰ ਲਿਆ। ਨਿੱਕਾ ਪਾਥੀਆਂ ਲੈ ਕੇ ਮੁੜਿਆ ਤਾਂ ਅੱਗੇ ਵਿਹੜੇ ਵਿੱਚ ਦਾਰਾ ਸਿਉਂ ਖੜਾ ਸੀ। ਤੂੰ ਤਾਂ ਉੱਥੇ ਹੀ ਬਹਿ ਗਿਓ ਯਾਰ, ਮਾਲ ਡੰਗਰ ਦਾ ਬੜਾ ਔਖਾ ਹੋਇਆ ਪਿਆ। ਹੁਣ ਆ ਗਏ ਜੇ ਘਰੇ ਵੀ ਕਿ ਨਹੀਂ ਅਜੇ ਵੀ? ਉਹਨੇ ਨਿੱਕੇ ਨੂੰ ਉਹਦੇ ਬਾਪ ਦਾ ਹਾਲ ਨਹੀਂ ਸੀ ਪੁੱਛਿਆ। ਉਸਦੇ ਬੋਲਾਂ ਵਿੱਚ ਤਲਖੀ ਸੀ। ਕੱਲ ਮਿਲ ਜਾਣੀ ਛੁੱਟੀ ਚਾਚਾ, ਅੱਜ ਪ੍ਰਾਹੁਣੇ ਨੂੰ ਛੱਡ ਕੇ ਆਇਆ। ਕੱਲ ਪੱਠੇ ਛੱਡ ਕੇ ਜਾਊਂ, ਦੁਪਹਿਰੇ ਛੁੱਟੀ ਦਵਾ ਕੇ ਲਿਆਉਂ। ਨਿੱਕੇ ਦੀ ਆਵਾਜ਼ ਵਿੱਚ ਤਰਲਾ ਸੀ। ਉਹ ਤਾਂ ਠੀਕ ਆ, ਪਰ ਤੂੰ ਸਿਆਣਾ, ਕੰਮ ਦਾ ਵੀ ਸੂਤ ਨਹੀਂ ਆਉਂਦਾ। ਦਾਰਾ ਸਿਉਂ ਪਹਿਲਾਂ ਨਾਲੋਂ ਨਰਮ ਬੋਲਾਂ ਵਿੱਚ ਬੋਲਿਆ। ਘਰ ਮੁੜਦਿਆਂ ਤੀਕ ਨਿੱਕੇ ਨੂੰ ਖਾਸਾ ਹਨੇਰਾ ਹੋ ਗਿਆ। ਸ਼ਾਇਦ ਛੁੱਟੀ ਕਰਨ ਦੀ ਸਜ਼ਾ ਸੀ ਕਿ ਉਹ ਦੋਵਾਂ ਜੀਆਂ ਉਸ ਦਿਨ ਨਿੱਕੇ ਕੋਲੋਂ ਘਰ ਦੇ 20 ਕੰਮ ਕਰਵਾਏ। ਨਿੱਕਾ ਜਦੋਂ ਰੋਟੀ ਲੈ ਕੇ ਘਰ ਪਹੁੰਚਿਆ, ਉਹਦੀ ਘਰਵਾਲੀ ਖਾ ਪਕਾ ਕੇ ਵਿਹਲੀ ਹੋਈ ਬੈਠੀ ਗੁਆਂਢਣ ਤਾਈ ਨੂੰ ਉਡੀਕ ਰਹੀ ਸੀ, ਜਿਹਨੇ ਨਿੱਕੇ ਦੀ ਗੈਰ ਹਾਜ਼ਰੀ ਵਿੱਚ ਰਾਤ ਉਹਦੇ ਕੋਲ ਪੈਣਾ ਸੀ। ਨਿੱਕਾ ਆਇਆ ਤਾਂ ਮਗਰੇ ਤਾਈ ਵੀ ਆ ਗਈ। ਪਰਸੇ ਦੀਆਂ ਗੱਲਾਂ ਕੀਤੀਆਂ ਤੇ ਤਾਈ ਖੜੀ ਖਲੋਤੀ ਘਰ ਨੂੰ ਮੁੜ ਗਈ। ਕਹਿੰਦੀ, ਭਾਈ ਜਦੋਂ ਤੂੰ ਆ ਹੀ ਗਿਆ ਤਾਂ ਮੈਂ ਆਪਣੇ ਘਰ ਜਾ ਕੇ ਪੈਂਦੀ ਆਂ। ਰਜਾਈ ਵਿੱਚ ਪਿਆ ਨਿੱਕਾ ਦਾਰੇ ਦੀਆਂ ਗੱਲਾਂ ਯਾਦ ਕਰਕੇ ਉਦਾਸ ਜਿਹਾ ਹੋ ਗਿਆ। ਜਦੋਂ ਹਫ਼ਤੇ ਵਿੱਚ 2 ਵਾਰੀ ਸ਼ਹਿਰ ਜਾਣਾ ਪਿਆ, ਉਦੋਂ ਕੀ ਬਣਨਾ ਯਾਰ? ਇਹਨੇ ਮੇਰੀ ਜਈ ਤਈ ਫੇਰ ਦੇਣੀ। ਉਹਨੂੰ ਅਜੀਬ ਜਿਹੀ ਅਚ ਵੀ ਮਹਿਸੂਸ ਹੋਈ। ਉਹ ਉੱਠਿਆ ਤੇ ਪਿਸ਼ਾਬ ਕਰਨ ਲਈ ਬਾਹਰ ਨਿਕਲਿਆ। ਪੂਰੇ ਚੰਨ ਦੀ ਰੌਸ਼ਨੀ ਵਿੱਚ ਘਰ ਦੀਆਂ ਕੰਧਾਂ ਉਹਨੂੰ ਬੜੀਆਂ ਉਪਰੀਆਂ ਜਿਹੀਆਂ ਲੱਗੀਆਂ। ਵਿਹੜੇ ਵਿੱਚ ਖੜੀ ਟਾਹਲੀ ਉਹਨੂੰ ਬੜੀ ਡਰਾਉਣੀ ਜਿਹੀ ਲੱਗੀ। ਭਾਈ ਬੋਲਦਿਆਂ ਸਾਰ ਨਿੱਕੇ ਦੀ ਅੱਖ ਖੁੱਲ ਗਈ। ਉਸ ਦਿਨ ਸੰਗਰਾਂਦ ਸੀ। ਭਾਈ ਨਾਲ ਸੰਗਤਾਂ ਨੂੰ ਇਸ਼ਨਾਨ ਕਰਕੇ ਗੁਰੂ ਘਰ ਆਉਣ ਦਾ ਹੋਕਾ ਦਿੱਤਾ। ਨਿੱਕਾ ਰਜਾਈ ਵਿੱਚ ਹੀ ਪਿਆ ਛੱਤ ਨੂੰ ਘੂਰਦਾ ਰਿਹਾ। ਅਜੇ ਉੱਠਣ ਵਿੱਚ ਬਹੁਤ ਟਾਈਮ ਸੀ, ਪਰ ਮੁੜ ਉਸ ਨੂੰ ਨੀਂਦ ਨਾ ਆਈ। ਬਾਕੀ ਟੱਬਰ ਘੂਕ ਸੁੱਤਾ ਪਿਆ ਸੀ। ਉਸਦੇ ਦਿਮਾਗ ਵਿੱਚ ਮੁੜ ਪੁਰਾਣੀਆਂ ਗੱਲਾਂ ਚੱਲਣ ਲੱਗੀਆਂ ਜਦੋਂ ਉਹ ਛੋਟਾ ਸੀ। 2 ਭੈਣਾਂ ਉਸਦੀਆਂ ਅਜੇ ਕੁਆਰੀਆਂ ਸਨ। ਘਰੇ ਕਿੰਨੀ ਰੌਣਕ ਸੀ। ਉਹਦੀ ਮਾਂ ਸਾਰਾ ਦਿਨ ਪੂਰੀ ਵਾਂਗ ਭੱਜੀ ਫਿਰਦੀ, ਪਰ ਫਿਰ ਵੀ ਕਦੇ ਮੱਥੇ ਵੱਟ ਨਾ ਪਾਉਂਦੀ। ਉਹਦੀ ਤਾਂ ਜਿਵੇਂ ਕੋਈ ਇੱਛਾ ਹੀ ਨਹੀਂ ਸੀ। ਦੀੜੇ ਟਾਕੀ ਦਾ ਉਹਨੇ ਕਦੀ ਬਹੁਤਾ ਚਾਅ ਨਹੀਂ ਸੀ ਕੀਤਾ। ਧੀਆਂ ਲਈ ਪੂਣੀ ਪੂਣੀ ਜੋੜਦੀ ਰਹਿੰਦੀ। ਸਾਰੀ ਉਮਰ ਉਹਦਾ ਸਿਰ ਨਹੀਂ ਸੀ ਦੁਖਿਆ, ਪਰ ਆਖਰੀ ਵੇਲੇ ਉਹਨੇ ਬੜਾ ਕਸ਼ਟ ਭੋਗਿਆ। ਨਿੱਕੇ ਨੂੰ ਯਾਦ ਸੀ, ਆਖਰੀ ਘੜੀ ਉਹਦਾ ਬਾਪ ਉਹਦੀ ਮਾਂ ਦੇ ਕੋਲ ਨਹੀਂ ਸੀ। ਉਹ ਸੀਰ ਵਾਲਿਆਂ ਦੇ ਖੇਤ ਝੋਨੇ ਨੂੰ ਦਵਾਈ ਛਿੜਕ ਰਿਹਾ ਸੀ। ਪਿੰਡੋਂ ਬੰਦਾ ਭੇਜ ਕੇ ਪਰਸੇ ਨੂੰ ਸੱਦਿਆ ਗਿਆ। ਜਦ ਨੂੰ ਪਰਸਾ ਘਰ ਆਇਆ, ਗਲੀ ਗਵਾਂਢ ਦੇ ਬੰਦੇ ਬੁੜੀਆਂ ਨਾਲ ਘਰ ਭਰਿਆ ਪਿਆ ਸੀ। ਕਿਸੇ ਨੁੱਕਰੇ ਖੜਾ ਨਿੱਕਾ ਅਥਰੂ ਕੇਰ ਰਿਹਾ ਸੀ। ਕੁੜੀਆਂ ਨੂੰ ਸੁਨੇਹੇ ਮਿਲੇ, ਉਹ ਭੱਜੀਆਂ ਆਈਆਂ।
ਗਲੀ ਦੇ ਮੋੜ ਤੋਂ ਹੀ ਉਹਨਾਂ ਦੀਆਂ ਧਾਹਾਂ ਸੁਣਦੀਆਂ। ਨਿੱਕੇ ਦਾ ਦਿਲ ਡੁੱਬ ਡੁੱਬ ਜਾਂਦਾ। ਨਿੱਕੇ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਬਾਹਰ ਚਾਨਣ ਹੋ ਗਿਆ ਸੀ। ਉਹਨੇ ਘਰ ਵਾਲੀ ਨੂੰ ਉਠਾਇਆ ਤੇ ਚਾਹ ਬਣਾਉਣ ਲਈ ਆਖਿਆ। ਚਾਹ ਪੀ ਕੇ ਉਹ ਦਾਰਾ ਸਿਉਂ ਵੱਲ ਚਲਾ ਗਿਆ। ਪਸ਼ੂ ਬਾਹਰ ਕੱਢੇ, ਨਿੱਕੇ ਮੋਟੇ ਕੰਮ ਕੀਤੇ ਤੇ ਗੱਡਾ ਜੋੜ ਲਿਆ। ਚਾਚਾ, ਦੁਪਹਿਰ ਨੂੰ ਸ਼ਹਿਰੋਂ ਪਾਪੇ ਨੂੰ ਲਿਆਉਣਾ ਛੁੱਟੀ ਕਰਾ ਕੇ, ਮੈਂ ਪੱਠੇ ਵੱਢ ਲਿਆਵਾਂ। ਸਹੁਰਿਆ, ਗਿੱਲੇ ਹੋਣੇ ਪੱਠੇ ਅਜੇ, ਸ਼ਹਿਰੋਂ ਮੁੜ ਤਾਂ ਆਏਗਾ ਨਾ। ਸ਼ਹਿਰ ਜਾਣ ਦੇ ਨਾਮ ਤੋਂ ਦਾਰੇ ਨੂੰ ਫੇਰ ਫਿਕਰ ਪੈ ਗਿਆ ਸੀ। ਪੱਕਾ ਆਜੂ ਚਾਚਾ, ਜੇ ਵੇਲੇ ਨਾਲ ਛੁੱਟੀ ਮਿਲ ਗਈ ਪੱਠਿਆਂ ਦੇ ਵੇਲੇ ਨੂੰ ਮੁੜ ਆਊਂ। ਨਿੱਕੇ ਜਿਵੇਂ ਵਾਅਦਾ ਕੀਤਾ ਹੋਵੇ ਤੇ ਝੋਟਾ ਹੈਕ ਲਿਆ। ਨਿੱਕਾ 12 ਕੁ ਵਜੇ ਸ਼ਹਿਰ ਪਹੁੰਚਿਆ। ਪ੍ਰਾਹੁਣਾ ਅੱਡੀਆਂ ਚੱਕੀ ਉਸਨੂੰ ਉਡੀਕੀ ਜਾ ਰਿਹਾ ਸੀ। ਪਤੰਦਰਾ ਮਸਾਂ ਮੁੜਿਆ। ਉਹਨੇ ਪੈਂਦੀ ਸਾਰ ਨਿੱਕੇ ਨੂੰ ਝੜਕਣ ਵਾਂਗ ਆਖਿਆ, ਭਾਜੀ, ਪੱਠੇ ਡੱਕੇ ਦਾ ਵੀ ਨਿਬੇੜ ਕੇ ਆਉਣਾ ਪੈਣਾ ਸੀ। ਜੱਟ ਜਾਨ ਛੱਡਦੇ ਆ ਕਿਤੇ। ਨਿੱਕੇ ਦੇ ਬੋਲਾਂ ਵਿੱਚ ਲਾਚਾਰੀ ਸੀ। ਆਹੋ, ਮੇਰੇ ਵੀ ਪੱਠੇ ਵਾਲੇ ਰੋਂਦੇ ਹੋਣੇ ਮੇਰੀ ਜਾਨ ਨੂੰ। ਚੱਲ ਲੈ ਕੇ ਚੱਲੋ ਪਾਪੇ ਨੂੰ, ਡਾਕਟਰ ਕਹਿੰਦਾ ਸੀ ਬਸ ਛੁੱਟੀ ਹੁਣ, ਚੌਥ ਨੂੰ ਫੇਰ ਲੈ ਕੇ ਆਇਓ। ਚੱਲ ਸ਼ੁਕਰ ਆ, ਘਰ ਜਾ ਕੇ ਤਾਂ ਬੰਦਾ ਅੱਧਾ ਰਾਜ਼ੀ ਹੋ ਜਾਂਦਾ। ਛੁੱਟੀ ਦੇ ਨਾਮ ਤੇ ਨਿੱਕਾ ਜਰਾ ਸੌਖਾ ਹੋ ਗਿਆ। ਜਦੋਂ ਪਿੰਡ ਪਹੁੰਚੇ, ਦਿਨ ਡੁੱਬਣ ਵਾਲਾ ਸੀ। ਪਰਸੋਂ ਨੂੰ ਉਹਦੀ ਬੈਠਕ ਵਿੱਚ ਪਾ ਕੇ ਨਿੱਕਾ ਦਾਰਾ ਸਿਉਂ ਵੱਲ ਚਲਾ ਗਿਆ। ਕਾਹਲ ਵਿੱਚ ਉਹਨੇ ਪਾਣੀ ਦਾ ਘੁੱਟ ਵੀ ਨਹੀਂ ਪੀਤਾ। ਦਾਰਾ ਸਿਉਂ ਵਿਹੜੇ ਵਿੱਚ ਬੈਠਾ ਸਪਰੇਅ ਪੰਪ ਦੇ ਪੇਚ ਜੇ ਕਸੀ ਜਾਂਦਾ ਸੀ। ਭੈਣ, ਚੰਗਾ ਮੁੜਿਆ ਤੂੰ। ਹਾਰ ਕੇ ਪੱਠੇ ਮੈਂ ਸੁੱਟੇ ਪਸ਼ੂਆਂ ਅੱਗੇ। ਭਰਾਵਾ, ਮੈਥੋਂ ਟੋਕਰਾ ਚੁੱਕ ਕੇ ਤੁਰਿਆ ਜਾਂਦਾ ਹੋਵੇ ਤਾਂ ਤੇਰੇ ਤਰਲੇ ਕਿਉਂ ਕਰੀਏ? ਜੇ ਸਰਦਾ ਨਹੀਂ ਤਾਂ ਨਾਲੇ ਪੈਸੇ ਦਿਓ, ਨਾਲੇ ਮੂੰਹ ਵੱਲ ਵੇਖੋ। ਉਹਨੇ ਬੋਲ ਚਿੱਥ ਕੇ ਆਖਿਆ। ਚਾਚਾ, ਮਜਬੂਰੀ ਮਾਰਦੀ, ਮੇਰਾ ਕਿਹੜਾ ਚਿੱਤ ਕਰਦਾ। ਡਾਕਟਰ ਸਹੁਰੇ ਨੇ ਲੇਟ ਕਰ ਦਿੱਤਾ। ਉਹਨੂੰ ਆਪਣਾ ਲਾਲਚ ਹੋਣਾ ਵੀ ਅੱਜ ਦਾ ਖਰਚਾ ਪੱਠਾ ਵਿੱਚ ਜੋੜ ਲਊਂ। ਮੈਂ ਤਾਂ ਪਾਣੀ ਵੀ ਨਹੀਂ ਪੀਤਾ, ਇੱਧਰ ਆ ਗਿਆ ਸਿੱਧਾ। ਨਿੱਕੇ ਨੇ ਹਰਖ ਜੇ ਵਿੱਚ ਆਖਿਆ ਤੇ ਮਨ ਵਿੱਚ ਸੋਚਣ ਲੱਗਾ, ਸਾਲੀ ਮਾੜੇ ਬੰਦੇ ਦੀ ਵੀ ਹਰ ਪਾਸਿਓਂ ਲੋਟੀ ਲੋਟਾ, ਚੰਮ ਲਾ ਲਓ ਮੇਰਾ ਹੁਣ। ਉਹਨੇ ਦਾਰਾ ਸਿਉਂ ਦੇ ਬੋਲਣ ਨਾ ਬੋਲਣ ਦੀ ਉਡੀਕ ਨਹੀਂ ਕੀਤੀ। ਐਵੇਂ ਹੀ ਪਸ਼ੂਆਂ ਵਾਲੇ ਪਾਸੇ ਜਾ ਕੇ ਖੁਰਲੀਆਂ ਵਿੱਚ ਹੱਥ ਜੇ ਮਾਰਨ ਲੱਗਾ। 5 ਕੁੜੀਆਂ ਬਾਪ ਦਾ ਪਤਾ ਲੈਣ ਆਈਆਂ। ਪਰਸੇ ਦੇ ਦੁਆਲੇ ਬੈਠੀਆਂ ਉਹ ਉਸ ਨੂੰ ਹੌਸਲਾ ਬਣਾਉਂਦੀਆਂ ਰਹੀਆਂ। ਵਿੱਚ ਵਿੱਚ ਕੋਈ ਮਾਂ ਦੀ ਗੱਲ ਛੇੜ ਲੈਂਦੀਆਂ। ਮਾਂ ਦੀ ਗੱਲ ਹੁੰਦੀ ਤਾਂ ਉਹਨਾਂ ਵਿਚਾਲੇ ਉਦਾਸੀ ਪਸਰ ਜਾਂਦੀ। ਮਾਂ-ਬਾਪ ਨਾਲ ਹੀ ਧੀਆਂ ਦੇ ਪੇਕੇ ਹੁੰਦੇ ਨੇ, ਇਹ ਗੱਲ ਉਹਨਾਂ ਦੇ ਮਨਾਂ ਵਿੱਚ ਹੌਲ ਪੈਦਾ ਕਰਦੀ। 5 ਭੈਣਾਂ ਨੇ ਜਾਣ ਲੱਗਿਆਂ ਜਿੰਨਾ ਵੀ ਕਿਸੇ ਕੋਲੋਂ ਸਰਦਾ ਸੀ ਨਿੱਕੇ ਦੀ ਤਲੀ ਤੇ ਧਰਿਆ। ਤੇਰੀ ਵੀ ਗੱਡ ਮਸਾਂ ਰੜਦੀ ਭਰਾਵਾ, ਹੁਣ ਤਾਂ ਗੱਲ ਪਈ ਆ ਤਾਂ ਕੱਟਣੀ ਪੈਣੀ। ਸ਼ਾਬਾਸ਼ ਤੇਰੇ, ਤੂੰ ਤਾਂ ਭੱਜ ਨਾ ਸੀ ਕਰ ਸਕਦਾ ਸੀ, ਕਰੀ ਜਾ। ਸਭ ਤੋਂ ਵੱਡੀ ਭੈਣ ਨੇ ਨੋਟ ਫੜਾਉਂਦਿਆਂ ਦਾਨੀਆਂ ਔਰਤਾਂ ਵਾਂਗ ਨਿੱਕੇ ਨੂੰ ਆਖਿਆ। ਨਿੱਕੇ ਨੇ 2-4 ਵਾਰ ਰਸਮੀ ਜਿਹੀ ਨਾਂਹ ਨੁੱਕਰ ਕੀਤੀ ਤੇ ਫਿਰ ਨੋਟ ਮੁੱਠੀ ਵਿੱਚ ਘੁੱਟ ਲਈ। ਕੁੜੀਆਂ ਸਵੇਰੇ ਆਈਆਂ ਸਨ, ਸ਼ਾਮ ਤੱਕ ਮੁੜ ਗਈਆਂ। ਆਥਨ ਸਵੇਰ ਨਿੱਕਾ ਬੁੜੇ ਨੂੰ ਆਪ ਦਵਾਈ ਦਿੰਦਾ ਤੇ ਨਾਲੇ 2-4 ਗੱਲਾਂ ਵੀ ਮਾਰ ਲੈਂਦਾ। ਕਦੇ ਕਦੇ ਉਹਨੂੰ ਬੁੜੇ ਤੇ ਤਰਸ ਆਉਂਦਾ। ਗਾਡਰ ਵਰਗਾ ਬੰਦਾ ਉਹਦੇ ਸਾਹਮਣੇ ਨਿਤਾਣਾ ਜਿਹਾ ਬਣਿਆ ਪਿਆ ਸੀ। ਪਿਸ਼ਾਬ ਜਮਾਂ ਹੀ ਨਹੀਂ ਮਹਿਸੂਸ ਹੁੰਦਾ ਪਾਪਾ? ਉਹ ਉਹਨੂੰ ਪੁੱਛਦਾ। ਨਾ, ਪਤਾ ਨਹੀਂ ਚੱਲਾ ਕਿੱਥੇ ਗਿਆ। ਪਿਸ਼ਾਬ ਮਹਿਸੂਸ ਹੋਵੇ ਤਾਂ ਕਰਾਂ। ਬੁੜਾ ਖਾਲੀ ਜੀਆਂ ਅੱਖਾਂ ਨਾਲ ਝਾਕਦਾ। ਉਹਦੇ 'ਚ ਬਹੁਤਾ ਸੱਤ ਨਹੀਂ ਸੀ ਰਿਹਾ। ਨਿੱਕਾ ਆਪੇ ਉਠਾਉਂਦਾ, ਕੰਧ ਨਾਲ ਢੋਲ ਵਾ ਕੇ ਬਿਠਾ ਦਿੰਦਾ, ਰੋਟੀ ਪਾਣੀ ਦਿੰਦਾ, ਕੱਪੜੇ ਬਦਲ ਦਿੰਦਾ। ਆਪੇ ਉਹਦੇ ਕੋਲੋਂ ਕੱਪੜੇ ਨਾ ਬਦਲ ਹੁੰਦੇ। ਸਰੀਰ ਜਿਵੇਂ ਬੇਜਾਨ ਹੋ ਗਿਆ ਸੀ। ਡਾਕਟਰ ਦੇ ਦੱਸੇ ਦਿਨ ਤੇ ਉਹ ਬੁੜੇ ਨੂੰ ਗੱਡੀ ਵਿੱਚ ਪਾ ਕੇ ਸ਼ਹਿਰ ਲੈ ਗਿਆ। ਨਾਲ ਵਿਹੜੇ ਵਿੱਚ ਕਿਸੇ ਮੁੰਡੇ ਨੂੰ ਵਗਾਰ ਪਾਈ। ਉਹਦੇ ਇਕੱਲੇ ਕੋਲੋਂ ਬੁੜਾ ਸਾਂਭਿਆ ਨਹੀਂ ਸੀ ਜਾਣਾ। ਸ਼ਹਿਰੋਂ ਜਦੋਂ ਉਹ ਘਰ ਮੁੜੇ ਤਾਂ ਦੁਪਹਿਰ ਜਿਹੀ ਦਾ ਵੇਲਾ ਸੀ। ਧੁੱਪ ਤਾਂ ਨਿਕਲੀ ਸੀ ਪਰ ਨਾਲ ਹਵਾ ਵਗਦੀ। ਡਾਕਟਰ ਨੇ ਅਗਲੇ ਗੇੜੇ ਖੂਨ ਦਾ ਪ੍ਰਬੰਧ ਕਰਕੇ ਆਉਣ ਲਈ ਕਿਹਾ ਸੀ। ਜਦੋਂ ਦਾ ਪਰਸਾ ਬਿਮਾਰ ਹੋਇਆ ਸੀ, ਨਿੱਕੇ ਨੂੰ ਕੰਮਾਂ ਦਾ ਅੱਗਾ ਪਿੱਛਾ ਹੋ ਜਾਂਦਾ। ਦਾਰਾ ਸਿਉਂ ਬਥੇਰਾ ਚੀਕਦਾ। ਨਿੱਕੇ ਸਿਰ ਉਹਦੇ ਪੈਸੇ ਖੜੇ ਸੀ, ਨਹੀਂ ਤਾਂ ਉਹਨੂੰ ਘਰ ਤੋਰਨ ਲੱਗਿਆ ਉਹ ਦੇਰ ਨਾ ਲਾਉਂਦਾ। ਨਿੱਕਾ ਆਪਣੀ ਥਾਂ ਸੱਚਾ ਸੀ। ਉਹਦੇ ਵੰਡੇ ਹੁਣ ਕੌਣ ਕੋਲ ਖੜਦਾ ਬਾਪ ਦੇ। ਬੇਸ਼ੱਕ ਪਰਸਾ ਨਾ ਜਿਉਂਦਿਆਂ ਵਿੱਚ ਸੀ ਨਾ ਮਰਿਆਂ ਵਿੱਚ, ਪਰ ਉਸਦੇ ਸਾਹ ਤਾਂ ਚੱਲਦੇ ਪਏ ਸਨ।
ਉਹ ਪਿਆ ਤਾਂ ਦਿਸਦਾ ਸੀ, ਉਹਦਾ ਖੰਗੂਰਾ ਘਰ ਵਿੱਚ ਸੁਣਦਾ ਸੀ। ਹਫ਼ਤੇ ਵਿੱਚ 2 ਵਾਰ ਸ਼ਹਿਰ ਜਾਣਾ ਨਿੱਕੇ ਲਈ ਔਖੀ ਘਾਟੀ ਚੜ੍ਹਨ ਵਾਲੀ ਗੱਲ ਸੀ, ਪਰ ਉਹ ਆਪਣੇ ਬਾਪ ਨੂੰ ਘਰ ਰੱਖ ਕੇ ਮਰਨ ਕਿਵੇਂ ਦਿੰਦਾ। ਦਾਰਾ ਸਿਓ ਦੀਆਂ ਗਾਲਾਂ ਖਾ ਕੇ ਉਹ ਚੁੱਪ ਕਰ ਰਹਿੰਦਾ, ਆਪਣੇ ਕੰਮ ਕਰਦਾ ਰਹਿੰਦਾ। ਉਸਦਾ ਮਨ ਤੇ ਅੱਖਾਂ ਦੋਵੇਂ ਹਰ ਪਲ ਭਰੀਆਂ ਹੁੰਦੀਆਂ। ਮਹੀਨਾ ਪਰ ਪਰਸਾ ਮੰਜੇ ਤੇ ਪਿਆ ਰਿਹਾ। ਨਿੱਕਾ ਦੂਜੇ ਚੌਥੇ ਸ਼ਹਿਰ ਦੇ ਗੇੜੇ ਲਾਉਂਦਾ। 2 ਵਾਰ ਬੁੜੇ ਨੂੰ ਖੂਨ ਵੀ ਚੜਿਆ। ਨਿੱਕੇ ਸਿਰ ਕਰਜ਼ਾ ਵੱਧਦਾ ਤੁਰਿਆ ਜਾਂਦਾ। ਪਿੰਡੋਂ ਗੱਡੀ ਵਾਲੇ ਨੂੰ 2 ਵਾਰੀਆਂ ਦੇ ਪੈਸੇ ਵੀ ਨਹੀਂ ਸੀ ਦਿੱਤੇ। ਪਿੰਡ ਦਾ ਬੰਦਾ ਸੀ, ਉਹ ਮਜਬੂਰੀ ਸਮਝ ਗਿਆ। ਕੋਈ ਭੈਣ ਭਾਈ ਆਉਂਦਾ ਤਾਂ ਉਹ ਵੀ ਮਾੜੀ ਚੰਗੀ ਮਦਦ ਕਰਦਾ। ਬੁੜੇ ਦਾ ਚੱਕ ਥਲ ਤੇ ਦਾਰਾ ਸਿਉਂ ਦੀ ਕਿਚ ਕਿਚ। ਨਿੱਕਾ ਚੱਤੋ ਪਹਿਰ ਉਦਾਸ ਰਹਿੰਦਾ। ਉਹਨੂੰ ਸਵਾਰ ਕੇ ਭੁੱਖ ਨਾ ਲੱਗਦੀ। ਮੱਥੇ ਵਿੱਚ ਜਿਵੇਂ ਕੁਝ ਉਬਲਦਾ ਰਹਿੰਦਾ। ਹਰ ਵੇਲੇ ਕੋਈ ਫਿਕਰ ਉਹਨੂੰ ਖਾਈ ਜਾਂਦਾ। ਉਹਨੇ ਉਸ ਦਿਨ ਵੀ ਬੁੜੇ ਨੂੰ ਸ਼ਹਿਰ ਲੈ ਕੇ ਜਾਣਾ ਸੀ। ਉਹ ਰਾਤ ਹੀ ਗੱਡੀ ਵਾਲੇ ਨੂੰ ਪੱਕੀ ਕਰਕੇ ਆਇਆ ਸੀ, ਤਾਂ ਜੋ ਵੇਲੇ ਸਿਰ ਜਾ ਕੇ ਉਹ ਪੱਠੇ ਡੱਕੇ ਦੇ ਵੇਲੇ ਨੂੰ ਘਰ ਮੋੜਨ। ਧੁੱਪ ਚੰਗੀ ਲੱਗਣ ਲੱਗੀ ਸੀ। ਵੇਲੇ ਸਿਰ ਸੂਰਜ ਸਿਰ ਚੱਕ ਲੈਂਦਾ। ਉਹ ਉੱਠਿਆ, ਦਾਤਨ ਕੁਰਲਾ ਕੀਤਾ ਤੇ ਬੁੜੇ ਲਈ ਚਾਹ ਦਾ ਗਲਾਸ ਲੈ ਕੇ ਸਬਾਤ ਵਿੱਚ ਗਿਆ। ਨਿੱਕੇ ਨੇ ਆਵਾਜ਼ ਦਿੱਤੀ, ਪਰ ਬੁੜਾ ਨਹੀਂ ਹਿੱਲਿਆ। ਉਹਨੇ ਫੇਰ ਬੁਲਾਇਆ, ਬੁੜਾ ਰਤਾ ਵੀ ਨਹੀਂ ਹਿੱਲਿਆ। ਨਿੱਕੇ ਨੇ ਮੋਢਾ ਫੜ ਕੇ ਹਲੂਣਿਆ, ਪਰਸਾ ਅਡੋਲ ਰਿਹਾ। ਨਿੱਕਾ ਘਬਰਾ ਕੇ ਉਹਨੇ ਹਿੱਕ ਤੇ ਹੱਥ ਰੱਖਿਆ। ਉਹਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ। ਉਹ ਬੁੜੇ ਨੂੰ ਹਿਲਾਉਂਦਾ ਰਿਹਾ ਤੇ ਆਵਾਜ਼ਾਂ ਦਿੰਦਾ ਰਿਹਾ। ਆਵਾਜ਼ਾਂ ਸੁਣਦੀ ਨਿੱਕੇ ਦੀ ਘਰਵਾਲੀ ਵੀ ਭੱਜੀ ਆਈ। ਕੀ ਹੋਇਆ? ਉਹਨੇ ਡਰੀ ਪਈ ਨੇ ਪੁੱਛਿਆ। ਪਾਪਾ ਹੈ ਨਹੀਂ। ਨਿੱਕੇ ਦੇ ਬੋਲ ਖਿੰਡ ਗਏ। ਹੁਣ ਫਿਰ ਉਹਨੂੰ ਜਿਵੇਂ ਕੁਝ ਸੁੱਝ ਨਹੀਂ ਸੀ ਰਿਹਾ। ਨਿੱਕਾ ਵੀ ਗੁੰਮ ਜਿਹਾ ਹੋ ਗਿਆ, ਕੁਝ ਨਹੀਂ ਬੋਲਿਆ। ਤਾਈ ਨੂੰ ਲਿਆਵਾਂ ਸੱਦ ਕੇ? ਘਰਵਾਲੀ ਨੇ ਉਹਨੂੰ ਮੋਢੇ ਤੋਂ ਫੜ ਕੇ ਹਿਲਾਇਆ। ਨਿੱਕਾ ਨਿਰਉੱਤਰ ਸੀ, ਕੁੰਦਾ ਨਹੀਂ। ਨਿੱਕਾ ਜਿਵੇਂ ਨੀਂਦ ਵਿੱਚੋਂ ਉੱਠਿਆ ਹੋਵੇ। ਕੁਝ ਪਲ ਫੇਰ ਚੁੱਪ ਰਿਹਾ। ਮੈਂ ਪੱਠੇ ਨਾ ਸੁੱਟਾਂ ਦਾਰੇ ਕੇ? ਨਿੱਕੇ ਦੇ ਬੋਲ ਕੰਬੇ। ਅਥਰੂ ਕਰਕੇ ਦਾੜੀ ਵਿੱਚ ਗਵਾਚ ਗਏ ਤੇ ਉਹਨੇ ਉੱਚੀ ਸਾਰੀ ਪੁੱਬ ਮਾਰੀ। ਸੋ ਇਹ ਸੀ ਕਹਾਣੀ ਸਿਮਰਨ ਧਾਲੀਵਾਲ ਜੀ ਦੁਆਰਾ ਲਿਖੀ ਹੋਈ ਇੱਕ ਮਜ਼ਦੂਰ ਦੀ ਕਹਾਣੀ, ਜੋ ਸਾਰੀ ਉਮਰ ਆਪਣੀ ਕਬੀਲਦਾਰੀ ਨੂੰ ਨਗੰਦੇ ਲਾਉਂਦਾ ਰਿਹਾ। ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ? ਆਪਣੇ ਵਿਚਾਰ ਜ਼ਰੂਰ ਲਿਖਿਓ। ਜੇਕਰ ਤੁਹਾਡੇ ਨਾਲ ਵੀ ਕੋਈ ਮਜ਼ਦੂਰ ਕੰਮ ਕਰਦਾ ਹੈ ਤਾਂ ਉਸਦੀ ਮਜਬੂਰੀ ਨੂੰ ਜ਼ਰੂਰ ਸਮਝੋ ਤੇ ਉਸਦੀ ਮਦਦ ਵੀ ਹਰ ਹਾਲਤ ਵਿੱਚ ਜਿੰਨੀ ਕਰ ਸਕਦੇ ਹੋ ਜ਼ਰੂਰ ਕਰੋ।